ਤਾਂ ਤੁਸੀਂ ਦੇਖ ਸਕਦੇ ਹੋ ਇਹ ਪਟਵਾਰੀ ਨੇ ਜੋ ਅੱਜ ਵਿਜੀਲੈਂਸ ਦੇ ਵੱਲੋਂ ਇਹਨਾਂ ਨੂੰ ਬੁਲਾਇਆ ਗਿਆ ਸੀ, ਪਰ ਫਿਲਹਾਲ ਬਾਈਟ ਨਹੀਂ ਦੇ ਰਹੇ, ਜਿਹੜਾ ਆਪਣਾ ਪੱਖ ਆ ਉਹ ਨਹੀਂ ਦੇ ਰਹੇ। ਇਹਨਾਂ ਤੋਂ ਜਿਹੜਾ ਪੱਖ ਲੈਣ ਦੀ ਕੋਸ਼ਿਸ਼ ਸਾਡੇ ਵੱਲੋਂ ਕੀਤੀ ਜਾ ਰਹੀ ਆ, ਪਰ ਇਹਨਾਂ ਦੇ ਵੱਲੋਂ ਆਪਣਾ ਪੱਖ ਨਹੀਂ ਦਿੱਤਾ। ਅਫਸਰਾਂ ਨੇ ਜਹਾਜ਼ ਗਰਾਊਂਡ ਹੀ ਵੇਚਤਾ। ਬਿਲਕੁਲ ਤੁਸੀਂ ਸਹੀ ਸੁਣਿਆ, ਹੋਰ ਚੀਜ਼ਾਂ ਅਫਸਰਾਂ ਨੇ ਵੇਚੀਆਂ ਤੁਸੀਂ ਦੇਖੀਆਂ ਹੋਣਗੀਆਂ, ਪਰ ਕਦੇ ਤੁਸੀਂ ਸੁਣਿਆ ਕਿ ਜਹਾਜ਼ ਗਰਾਊਂਡ ਹੀ ਵੇਚਤਾ। ਆਰਮੀ ਦਾ ਜਹਾਜ਼ ਗਰਾਊਂਡ ਵੇਚਤਾ। 118 ਕਨਾਲ 16 ਮਰਲੇ ਇਹ ਜਗ੍ਹਾ ਆਰਮੀ ਦੇ ਕਬਜ਼ੇ 'ਚ ਹੈ, ਅੱਜ ਵੀ ਆਰਮੀ ਦੇ ਕਬਜ਼ੇ 'ਚ ਹੈ, ਪਰ ਸਾਡੇ ਰੈਵਨਿਊ ਡਿਪਾਰਟਮੈਂਟ ਵਾਲਿਆਂ ਨੇ ਇਹਦੀ ਗਰਦੌਰੀ ਹੈ ਜਿਹੜੀ ਉਹ ਪ੍ਰਾਈਵੇਟ ਬੰਦਿਆਂ ਦੇ ਨਾਮ ਕਰ ਰਹੀ ਹੈ, ਜਾਣੀ ਕਿ ਪ੍ਰਾਈਵੇਟ ਬੰਦਿਆਂ ਨੂੰ ਸ਼ੋਅ ਕਰਦੇ ਪਏ ਆ। ਇਹ ਰੈਵਨਿਊ ਡਿਪਾਰਟਮੈਂਟ ਵਾਲੇ ਰਲ ਮਿਲ ਕੇ 3 ਰਜਿਸਟਰੀਆਂ ਕਰਤੀਆਂ। 118 ਕਨਾਲ 16 ਮਰਲੇ ਰਕਬਾ ਊਸ਼ਾ ਹੰਸਲ ਨੇ ਤੇ ਇਹਨਾਂ ਨੇ ਮਦਨ ਲਾਲ ਦਾ ਜਾਲੀ ਤੌਰ ਤੇ ਸਾਰਾ ਵੇਚਤਾ। ਉਹ ਰਜਿਸਟਰੀਆਂ ਦੇ ਵਿੱਚ ਜਦੋਂ ਇੰਤਕਾਲ ਦੀ ਵਾਰੀ ਆਈ, ਇੱਥੇ ਖਰਬੰਦਾ ਸੀ ਐਸਡੀਐਮ, ਖਰਬੰਦੇ ਐਸਡੀਐਮ ਨੇ ਕੱਖ ਨਹੀਂ ਵੇਖਿਆ, ਕੁਛ ਨਹੀਂ ਵੇਖਿਆ। ਜਦੋਂ ਬੰਦਾ 91 'ਚ ਮਰ ਗਿਆ ਤੇ 97 ਵਾਲੀਆਂ ਰਜਿਸਟਰੀਆਂ ਤਾਂ ਹੋ ਹੀ ਨਹੀਂ ਸਕਦੀਆਂ। ਇਹ ਜ਼ਮੀਨ ਕਿਸੇ ਲਾਲੇ ਦੀ ਟੇਕਚੰਦ ਦਿੱਲੀ ਦਾ ਲਾਲਾ ਸੀ। ਭਾਜੀ ਬਾਅਦ ਗੱਲ ਕਰ ਲੈ, ਸਾਡੀ ਇੰਟਰਵਿਊ ਚੱਲਣ ਦਿਓ, ਸਾਡੀ ਇੰਟਰਵਿਊ ਚੱਲਣ ਦਿਓ, ਬਾਅਦ ਗੱਲ ਕਰ ਲੈ। ਮੇਰੇ ਡੀਸੀ ਨਾਲ ਗੱਲ ਕਰਨਾ ਨਹੀਂ ਲੜਦਾ ਮੈਂ। ਭਾਜੀ ਅਸੀਂ ਤੁਹਾਨੂੰ ਕੋਲ ਆਇਆ, ਅਸੀਂ ਇੰਟਰਵਿਊ ਕਰ ਰਹੇ ਉਹਨਾਂ ਦੀ, ਤੁਸੀਂ ਪਾਸੇ ਜਾਓ, ਸਾਡੀ ਪਰਾਂ ਜਾਓ, ਤੁਸੀਂ ਸਾਡੇ ਨਾਲ ਗੱਲ ਕਰੋ। ਹਾਂ, ਸਾਡੀ ਇੰਟਰਵਿਊ 'ਚ ਨਹੀਂ ਆਉਣਾ, ਵਿੱਚ ਜਾ ਕੇ ਅੰਦਰ ਜਾ ਗੱਲ ਕਰੋ। ਇਹਦੇ ਵਿੱਚ ਸਾਫ਼ ਲਿਖਿਆ ਵੀ ਕਬਜ਼ਾ ਬੰਦਿਆਂ ਦਾ, ਬਿਲਕੁਲ ਸਾਫ਼ ਲਿਖਿਆ ਇਹਦੇ ਵਿੱਚ ਵੀ ਜਹਾਜ਼ ਗਰਾਊਂਡ ਦੇ ਵਿੱਚ ਕਬਜ਼ਾ ਬੰਦਿਆਂ ਦਾ, ਤੇ ਡੀਸੀ ਲਿਖਦਾ ਵੀ ਕਬਜ਼ਾ ਜਹਾਜ਼ ਗਰਾਊਂਡ ਦਾ। ਸਰਕਾਰ ਨੇ ਸਾਨੂੰ ਇਹ ਕਹਿਤਾ ਹੈ ਕਿ ਜੋ 15 ਕਿੱਲੇ ਜ਼ਮੀਨ ਹੈ ਇਹ ਸਾਡੀ। ਅਸੀਂ ਸਰਕਾਰ ਨੂੰ ਆਖਿਆ ਕਿ ਰਜਿਸਟਰੀ ਸਾਡੇ ਕੋਲ ਹੈ, ਇਹਦਾ ਸਟੇ ਅਸੀਂ ਲਿਆ ਸੀ 2001 'ਚ, ਉਹ ਸਟੇ ਸਾਡੇ ਕੋਲ ਸੀ। ਸਟੇ ਸਰਕਾਰ ਨੇ ਸਾਡਾ ਸਟੇ ਨਹੀਂ ਮਿਲਿਆ। ਕੀ ਲੱਗਦਾ ਕੋਈ ਮਿਲੀ ਭੁਗਤ ਹੋ ਸਕਦੀ ਆ? ਜਿਹੜੀ ਅਫਸਰਸ਼ਾਹੀ ਆ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ, ਕੀ ਉਹਨਾਂ ਦੀ ਮਦਦ ਕਰ ਰਿਹਾ ਡੀਸੀ ਫਿਰੋਜ਼ਪੁਰ ਦਾ? ਇਹ ਡੀਸੀ ਜਿਹੜਾ ਨਾ ਇਹ ਲਾਲ ਚਿੱਟੇ ਅਮਰੂਦ ਖਾ ਗਿਆ ਖਰੜ ਤੋਂ, ਤੁਹਾਨੂੰ ਸਾਰਾ ਪਤਾ ਹੈ। ਕੰਮ ਸਰਕਾਰ ਦਾ, ਤੁਸੀਂ ਸਰਕਾਰ ਦੀ ਮਦਦ ਕਰ ਰਹੇ ਹੋ, ਡਾਇਰੈਕਟ ਜਾਂ ਇਨਡਾਇਰੈਕਟ ਕਹਿ ਲਈਏ, ਪਰ ਕੀ ਲੱਗਦਾ ਇਹਦੇ ਵਿੱਚ ਤੁਹਾਡੀ ਸਰਕਾਰ ਮਦਦ ਕਰ ਰਹੀ ਹੈ? ਅਸੀਂ ਚੁੱਕ ਕੇ ਜੀ ਹਾਈ ਕੋਰਟ ਕੇਸ ਪਾਇਆ। ਜਦੋਂ ਕੇਸ ਪਾਇਆ ਉੱਥੇ ਸਾਨੂੰ ਜੀ 2 ਸਾਲਾਂ 'ਚ ਜ਼ਮੀਨ ਦਾ ਅਸੀਂ ਮਾਲਕ ਉੱਥੇ ਕਲੀਅਰ ਹੋ ਗਏ। ਉਹਨਾਂ ਕਿਹਾ ਕਿ ਤੁਹਾਡੀ ਜ਼ਮੀਨ ਹੈ, ਜਾਇਦਾਦ ਹੈ, ਤੁਸੀਂ ਆਪਦੀ ਇਹ ਜ਼ਮੀਨ ਦੇ ਮਾਲਕ ਜੋ। ਹੋ ਸਕਦਾ ਹੈ ਵੀ ਅੱਜ ਜਿਵੇਂ ਹਾਲਾਤ ਤੁਸੀਂ ਦੇਖ ਲਏ ਆ ਵੀ ਕੱਲ ਨੂੰ ਮੇਰਾ ਕੋਈ ਜਾਨੀ ਮਾਲੀ ਨੁਕਸਾਨ ਇਹ ਲੋਕ ਕਰ ਦੇਣ, ਜਦੋਂ ਕਿ ਮੈਂ ਇਹਨਾਂ ਲੋਕਾਂ ਦੇ ਖਿਲਾਫ ਤਾਂ ਬੋਲ ਹੀ ਨਹੀਂ ਰਿਹਾ। ਤੁਸੀਂ ਚਲਦੀ ਇੰਟਰਵਿਊ 'ਚ ਕਿਉਂ ਆਏ ਜੇ? ਤੁਸੀਂ ਮੈਕ 'ਚ ਬੋਲਿਆ ਜੇ, ਚਲਦੀ ਇੰਟਰਵਿਊ ਥੋੜੀ ਪੜਨਾ ਹੁੰਦਾ ਕਿ ਤੁਸੀਂ ਉਹਦੇ ਨਾਲ ਭਾਜੀ ਬਾਅਦ ਗੱਲ ਕਰਨੀ, ਇੰਟਰਵਿਊ ਚੱਲ ਰਹੀ ਆ, ਤੁਹਾਨੂੰ ਕੀ ਪਤਾ ਲਾਈਵ ਚੱਲਦੀ ਹੋਵੇ? ਨਹੀਂ ਭਾਜੀ, ਗਲਤ ਆ ਤੁਹਾਡਾ, ਗਲਤ ਜੇ ਤੁਸੀਂ। ਮਨ ਸਿੰਘ ਤੁਹਾਡੇ ਖਿਲਾਫ ਤਾਂ ਬੋਲ ਹੀ ਨਹੀਂ ਰਿਹਾ, ਨਾ ਉਹਨੇ ਇੰਟਰਵਿਊ 'ਚ ਬੋਲਿਆ, ਨਾ ਕਦੇ ਉਹਨੇ ਤੁਹਾਡਾ ਜ਼ਿਕਰ ਕੀਤਾ, ਫਿਰ ਤੁਸੀਂ ਉਹਨੂੰ ਕਾਹਤੋਂ ਆ ਕੇ ਕਹਿੰਦੇ ਹੋ? ਉਹਦੇ ਚਲਦੀ ਇੰਟਰਵਿਊ 'ਚ ਤੁਸੀਂ ਉਹਦੇ ਗੱਲ ਕਾਹਤੋਂ ਪੈਂਦੇ ਹੋ? ਡੀਸੀ ਗਲਤ ਲੱਗਦਾ ਭਾਜੀ ਬਾਅਦ ਗੱਲ ਕਰ ਲੈ, ਸਾਡੀ ਇੰਟਰਵਿਊ ਚੱਲਣ ਦਿਓ, ਸਾਡੀ ਇੰਟਰਵਿਊ ਚੱਲਣ ਦਿਓ, ਬਾਅਦ ਗੱਲ ਕਰ ਲੈ। ਮੇਰੇ ਡੀਸੀ ਨਾਲ ਗੱਲ ਕਰਨਾ ਨਹੀਂ ਲੜਦਾ ਮੈਂ। ਭਾਜੀ ਅਸੀਂ ਤੁਹਾਨੂੰ ਕੋਲ ਆਇਆ, ਅਸੀਂ ਇੰਟਰਵਿਊ ਕਰ ਰਹੇ ਉਹਨਾਂ ਦੀ, ਤੁਸੀਂ ਪਾਸੇ ਜਾਓ, ਸਾਡੀ ਪਰਾਂ ਜਾਓ, ਤੁਸੀਂ ਸਾਡੇ ਨਾਲ ਗੱਲ ਕਰੋ। ਹਾਂ, ਸਾਡੀ ਇੰਟਰਵਿਊ 'ਚ ਨਹੀਂ ਆਉਣਾ, ਵਿੱਚ ਜਾ ਕੇ ਅੰਦਰ ਜਾ ਗੱਲ ਕਰੋ। ਤੁਸੀਂ ਚਲਦੀ ਇੰਟਰਵਿਊ 'ਚ ਕਿਉਂ ਆਏ ਜੇ? ਤੁਸੀਂ ਮੈਕ 'ਚ ਬੋਲਿਆ ਜੇ, ਚਲਦੀ ਇੰਟਰਵਿਊ ਥੋੜੀ ਪੜਨਾ ਹੁੰਦਾ ਕਿ ਤੁਸੀਂ ਉਹਦੇ ਨਾਲ ਭਾਜੀ ਬਾਅਦ ਗੱਲ ਕਰਨੀ, ਇੰਟਰਵਿਊ ਚੱਲ ਰਹੀ ਆ, ਤੁਹਾਨੂੰ ਕੀ ਪਤਾ ਲਾਈਵ ਚੱਲਦੀ ਹੋਵੇ? ਨਹੀਂ ਭਾਜੀ, ਗਲਤ ਆ ਤੁਹਾਡਾ, ਗਲਤ ਜੇ ਤੁਸੀਂ। ਤੁਹਾਨੂੰ ਖਤਰਾ ਹੈਗਾ? ਲੈ ਖਤਰਾ ਮੈਨੂੰ ਪੂਰਾ ਹੈ, ਤੁਹਾਡੇ ਸਾਹਮਣੇ ਹੀ ਹੈ। ਹੋ ਸਕਦਾ ਡੀਸੀ ਹੀ ਇਹਨਾਂ ਨੂੰ ਭੜਕਾ ਕੇ ਭੇਜਦਾ ਹੋਵੇ ਵੀ ਤੁਸੀਂ ਉਹਦੇ ਗਲ ਪਾਓ, ਡਰਾਓ, ਉਹਨੂੰ ਧਮਕਾਓ, ਪਿੱਛੇ ਹਟ ਜੇ। ਉਸ ਨਿਸ਼ਾਨ ਸਿੰਘ ਦਾ ਕੀ ਲੈਣਾ ਦੇਣਾ ਤੁਹਾਡੀ ਜ਼ਮੀਨ? ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ, ਉਹ ਤਾਂ ਬਸ ਐਵੇਂ ਹੀ ਹੈ। ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਦਾ ਵੀ ਇੱਥੇ ਪੂਰਨ ਸਿੰਘ ਪਟਵਾਰੀ ਡੀਸੀ ਵੱਲੋਂ ਰਿਕਾਰਡ ਲੈ ਕੇ ਆਇਆ। ਇੱਕ ਹਰਪ੍ਰੀਤ ਕਾਨੂੰਗੋ ਹੈ, ਉਹ ਵੀ ਉਹਦੇ ਨਾਲ ਰਿਕਾਰਡ ਲੈ ਕੇ ਆਇਆ ਡੀਸੀ ਵੱਲੋਂ, ਤੇ ਪਲੀਜ਼ ਤੁਸੀਂ ਉਹਨਾਂ ਦੀ ਵੀ ਗੱਲਬਾਤ ਸੁਣ ਲਓ। ਉਹ ਡੀਸੀ ਵੱਲੋਂ ਰਿਕਾਰਡ ਲੈ ਕੇ ਆਏ ਨੇ ਵੀ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਬਾਰੇ। ਤੁਸੀਂ ਦੇਖ ਸਕਦੇ ਹੋ ਇਹ ਪਟਵਾਰੀ ਨੇ ਜੋ ਅੱਜ ਵਿਜੀਲੈਂਸ ਦੇ ਵੱਲੋਂ ਇਹਨਾਂ ਨੂੰ ਬੁਲਾਇਆ ਗਿਆ ਸੀ, ਪਰ ਫਿਲਹਾਲ ਬਾਈਟ ਨਹੀਂ ਦੇ ਰਹੇ, ਜਿਹੜਾ ਆਪਣਾ ਪੱਖ ਆ ਉਹ ਨਹੀਂ ਦੇ ਰਹੇ। ਇਹਨਾਂ ਤੋਂ ਜਿਹੜਾ ਪੱਖ ਲੈਣ ਦੀ ਕੋਸ਼ਿਸ਼ ਸਾਡੇ ਵੱਲੋਂ ਕੀਤੀ ਜਾ ਰਹੀ ਆ, ਪਰ ਇਹਨਾਂ ਦੇ ਵੱਲੋਂ ਆਪਣਾ ਪੱਖ ਨਹੀਂ ਦਿੱਤਾ ਗਿਆ। ਹਾਲਾਂਕਿ ਅਸੀਂ ਤਾਂ ਸਿਰਫ ਇਹੀ ਪੁੱਛਣਾ ਚਾਹੁੰਦੇ ਸੀ ਇਹਨਾਂ ਨੂੰ ਕਿ ਆਖਿਰਕਾਰ ਤੁਹਾਡੇ ਵੱਲੋਂ ਕੀ ਪੇਸ਼ ਕੀਤਾ ਗਿਆ, ਇਹਦੇ 'ਚ ਨਹੀਂ ਦੱਸੀ ਗਈ ਸਾਨੂੰ, ਤਾਂ ਵਾਰ-ਵਾਰ ਪੁੱਛਣ ਦੀ ਕੋਸ਼ਿਸ਼ ਕੀਤੀ। ਇਹਨਾਂ ਦਾ ਨਾਮ ਪੂਰਨ ਸਿੰਘ ਪਟਵਾਰੀ ਦੱਸਿਆ ਜਾ ਰਿਹਾ। ਹਾਲਾਂਕਿ ਵੱਡਾ ਸਾਰਾ ਥੈਲਾ ਜ਼ਰੂਰ ਲੈ ਕੇ ਆਏ ਨੇ, ਪਰ ਮੀਡੀਆ ਦੇ ਸਾਹਮਣੇ ਨਹੀਂ ਬੋਲੇ। ਸਰ ਸਾਨੂੰ ਤਾਂ ਆਪ ਨਹੀਂ ਇਸ ਚੀਜ਼ ਦਾ ਪਤਾ ਲੱਗਦਾ ਪਿਆ ਕਿ ਉਹ ਕਿਸ ਚੀਜ਼ ਦੀ ਲੜਾਈ ਲੜਦਾ ਪਿਆ। ਨਾ ਸਾਡੇ ਨਾਲ ਬੋਲ ਚਾਲ, ਨਾ ਸਾਨੂੰ ਕੋਈ ਜਾਣੇ ਪਛਾਣੇ, ਨਾ ਸਾਡੇ ਨਾਲ ਕੁਝ ਨਹੀਂ ਹੁੰਦਾ ਹੈਗਾ। ਉਹ ਸਾਨੂੰ ਤਾਂ ਅਸੀਂ ਕਿ ਉਹ ਸਾਡੇ ਨਾਲ ਕਿਸ ਚੀਜ਼ ਦੇ ਖੁੰਦਕ ਕੱਢਦਾ ਪਿਆ। ਐਡਾ ਵੱਡਾ ਡੀਸੀ ਹੈ, ਠੀਕ ਹੈ, ਡੀਸੀ ਦਾ ਅਮਰੂਦਾਂ ਵਾਲਾ ਹਿਸਾਬ ਵੀ ਹੈਗਾ। ਹੋ ਸਕਦਾ ਇੱਧਰ ਵੀ ਉਹ ਰੋਕਣਾ ਚਾਹੁੰਦਾ ਹੋਵੇ। ਉਹਦਾ ਵਾਲਾ ਹਿਸਾਬ ਕੀ ਸੀ ਉਹਨਾਂ ਦਾ? ਉਹ ਡੀਸੀ ਦਾ ਪਰਿਵਾਰ ਫਸਿਆ ਨਾ ਅਮਰੂਦਾਂ ਵਾਲੇ ਕਾਂਡ 'ਚ, ਮੁਹਾਲੀ ਖਰੜ। ਬਾਗ ਵਾਲੇ ਚੱਕਰ? ਹਾਂ, ਬਾਗ ਵਾਲੇ ਚੱਕਰ। ਸੁਖਚੈਨ ਸਿੰਘ ਨੇ ਤੁਹਾਡਾ ਨਾਂ ਲਿਖ ਕੇ ਪਾਇਆ ਕੰਪਲੇਂਟ? ਸਰ ਮੇਰੀ ਸੁਣੋ ਗੱਲ, ਜਦੋਂ ਸਾਡੀ ਜ਼ਮੀਨ ਤੇ ਕੋਈ ਆਉਂਦਾ ਪਿਆ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ,
ਉਹਨੂੰ ਉਹ ਕਿਉਂ ਸਾਡੀ ਜ਼ਮੀਨ ਤੇ ਕੋਈ ਇੰਟਰਫੇਅਰ ਕਰਦਾ ਪਿਆ? ਵੀਰੇ ਹੁਣ ਤੇਰਾ ਕੋਈ ਘਰ ਦਾ ਪ੍ਰੋਬਲਮ ਹੈ, ਉਹ ਇੰਟਰਫੇਅਰ ਕਿਉਂ ਕਰੇ ਕੋਈ ਬੰਦਾ? ਮੈਂ ਤਾਂ ਨਹੀਂ ਤੇਰੇ ਘਰ ਇੰਟਰਫੇਅਰ ਕਰ ਸਕਦਾ। ਤੁਸੀਂ ਟੈਨਸ਼ਨ ਕਿਉਂ ਲੈਂਦੇ ਹੋ? ਫਿਰ ਇਨਕੁਆਇਰੀ ਜਿਹੜੀ ਹੋਊਗੀ ਸਹੀ ਹੋ ਜੇ, ਤੁਹਾਡੇ ਆ ਕਹਿੰਦੇ ਫਿਰ ਤੁਹਾਨੂੰ ਤਾਂ ਲੜਨ ਦੀ ਲੋੜ ਹੀ ਨਹੀਂ। ਅਸੀਂ ਟੈਨਸ਼ਨ ਨਹੀਂ ਲੈਂਦੇ ਵੀਰੇ, ਅਸੀਂ ਇਹ ਗੱਲ ਕਹਿੰਦੇ ਆ ਕਿ ਯਾਰ ਸਾਨੂੰ ਜਦੋਂ ਸਾਡੀ ਕੋਰਟ ਦਾ ਹਾਲੇ ਚੱਲਦਾ ਪਿਆ, ਤੂੰ ਸਾਡੀ ਜ਼ਮੀਨ 'ਚ ਕਿਉਂ ਇੰਟਰਫੇਅਰ ਕਰਦਾ ਪਿਆ? ਨਿਸ਼ਾਨ ਸਿੰਘ ਇਹ ਕਹਿੰਦਾ ਬਾਹਰ ਕਹਿੰਦਾ ਮੈਨੂੰ ਫੁੱਲ ਖਤਰਾ, ਮੈਨੂੰ ਮਰਵਾ ਵੀ ਸਕਦੇ। ਉਹ ਵੀਰੇ ਸਾਡੇ ਪਿਓ ਬੁੱਢੇ ਹੋ ਗਏ ਨੇ, ਇੱਥੇ 20 ਸਾਲਾਂ 'ਚ ਰੁਲ ਗਏ ਨੇ, ਉਹ 20 ਸਾਲੇ ਸਾਨੂੰ ਹੱਕ ਨਹੀਂ ਮਿਲਿਆ। ਦੋਸਤੋ ਅੱਜ ਤੁਹਾਨੂੰ ਦਿਖਾਉਣੇ ਆ ਕਿਵੇਂ ਫਿਰੋਜ਼ਪੁਰ ਦੇ ਵਿੱਚ ਅਫਸਰਾਂ ਨੇ ਜਹਾਜ਼ ਗਰਾਊਂਡ ਹੀ ਵੇਚਤਾ। ਬਿਲਕੁਲ ਤੁਸੀਂ ਸਹੀ ਸੁਣਿਆ, ਹੋਰ ਚੀਜ਼ਾਂ ਅਫਸਰਾਂ ਨੇ ਵੇਚੀਆਂ ਤੁਸੀਂ ਦੇਖੀਆਂ ਹੋਣਗੀਆਂ, ਪਰ ਕਦੇ ਤੁਸੀਂ ਸੁਣਿਆ ਕਿ ਜਹਾਜ਼ ਗਰਾਊਂਡ ਹੀ ਵੇਚਤਾ, ਆਰਮੀ ਦਾ ਜਹਾਜ਼ ਗਰਾਊਂਡ ਵੇਚਤਾ। ਬਿਲਕੁਲ ਠੀਕ। ਸਾਡੇ ਨਾਲ ਇੱਕ ਵਿਅਕਤੀ ਮੌਜੂਦ ਨੇ ਜੋ ਕਿ ਰਿਟਾਇਰਡ ਕਾਨੂੰਗੋ ਨੇ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਉਹ ਕਾਗਜ਼ ਨੇ ਔਰ ਉਸ ਦੀ ਅੱਜ ਜਿਹੜੀ ਇਨਕੁਆਇਰੀ ਆ ਵਿਜੀਲੈਂਸ ਫਿਰੋਜ਼ਪੁਰ ਦੇ ਕੋਲੇ ਆ ਚੁੱਕੀ ਆ ਕਿ ਉਸ ਦੀ ਤਫਤੀਸ਼ ਕਰੋ ਕਿ ਜਹਾਜ਼ ਗਰਾਊਂਡ ਕਿਹੜੇ ਮੁਲਾਜ਼ਮਾਂ ਨੇ ਵੇਚਿਆ, ਕਿੰਨਾਂ ਦੀ ਮਿਲੀ ਭੁਗਤਾ, ਕਰੋੜਾਂ ਰੁਪਈਆਂ ਦੀ ਪ੍ਰਾਪਰਟੀ ਸਰਕਾਰੀ, ਉਹ ਫਿਰ ਸਰਕਾਰੀ ਮੁਲਾਜ਼ਮ ਕਿਵੇਂ ਵੇਚ ਗਏ। ਪੂਰੀ ਜਾਣਕਾਰੀ ਲੈ ਲੈਂਦੇ ਆ। ਨਿਸ਼ਾਨ ਜੀ ਸਵਾਗਤ ਆ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਨਿਸ਼ਾਨ ਜੀ ਕੀ ਮਸਲਾ ਜੀ? ਇਨਕੁਆਇਰੀ ਵਿਜੀਲੈਂਸ ਕੋਲੇ ਆਈ ਆ, ਕੀ ਇਨਕੁਆਇਰੀ ਆ ਇਹ ਜਹਾਜ਼ ਗਰਾਊਂਡ ਨੂੰ ਲੈ ਕੇ? ਛਾਉਣੀ ਦੇ ਵਿੱਚ ਨਾ ਫਿਰੋਜ਼ਪੁਰ ਕੈਂਟ ਦੇ ਵਿੱਚ ਜਹਾਜ਼ ਗਰਾਊਂਡ ਦੀ ਜਗ੍ਹਾ 118 ਕਨਾਲ 16 ਮਰਲੇ। ਇਹ ਜਗ੍ਹਾ ਆਰਮੀ ਦੇ ਕਬਜ਼ੇ 'ਚ ਹੈ, ਅੱਜ ਵੀ ਆਰਮੀ ਦੇ ਕਬਜ਼ੇ 'ਚ ਹੈ, ਪਰ ਸਾਡੇ ਰੈਵਨਿਊ ਡਿਪਾਰਟਮੈਂਟ ਵਾਲਿਆਂ ਨੇ ਇਹਦੀ ਗਰਦੌਰੀ ਆ ਜਿਹੜੀ ਉਹ ਪ੍ਰਾਈਵੇਟ ਬੰਦਿਆਂ ਦੇ ਨਾਮ ਕਰ ਰਹੀ ਹੈ, ਯਾਨੀ ਕਿ ਪ੍ਰਾਈਵੇਟ ਬੰਦਿਆਂ ਨੂੰ ਸ਼ੋਅ ਕਰਦੇ ਪਏ ਆ ਇਹ ਰੈਵਨਿਊ ਡਿਪਾਰਟਮੈਂਟ ਵਾਲੇ ਰਲ ਮਿਲ ਕੇ। ਇਹ ਸਨ 85 'ਚ ਪਾਵਰ ਆਫ ਅਟਾਰਨੀ ਦਿੱਤਾ ਸੀਗਾ ਮਦਨ ਮੋਹਨ ਨੇ ਕਿਸੇ ਨੂੰ, ਊਸ਼ਾ ਅੰਸਲ ਵਗੈਰਾ ਨੂੰ, ਪਰ ਉਹ ਪਾਵਰ ਆਫ ਅਟਾਰਨੀ ਵਾਲਾ 85 ਵਾਲਾ ਬੰਦਾ 91 'ਚ ਮਰ ਗਿਆ। ਇਸੇ ਤਹਿਸੀਲ ਦੇ ਵਿੱਚ 92 'ਚ ਉਹਦਾ ਇੰਤਕਾਲ ਹੋਇਆ, ਇੱਕ ਪਿੰਡ ਹੋਰ ਹੈ ਉੱਥੇ ਉਹਦਾ ਇੰਤਕਾਲ ਹੋਇਆ 92 ਦੇ ਵਿੱਚ। ਪਰ ਇਹਨਾਂ ਨੇ ਕੀ ਕੀਤਾ ਵੀ 92 ਤੋਂ ਬਾਅਦ 97 'ਚ ਉਸ ਜ਼ਮੀਨ ਦੀਆਂ ਜਹਾਜ਼ ਗਰਾਊਂਡ ਦੇ ਕਬਜ਼ੇ ਵਾਲੇ ਦੀਆਂ ਰਜਿਸਟਰੀਆਂ ਕਰਤੀਆਂ। ਇਹਨਾਂ ਨੇ 3 ਰਜਿਸਟਰੀਆਂ ਕਰਤੀਆਂ। 118 ਕਨਾਲ 16 ਮਰਲੇ ਰਕਬਾ ਊਸ਼ਾ ਅੰਸਲ ਨੇ ਤੇ ਇਹਨਾਂ ਨੇ ਮਦਨ ਲਾਲ ਦਾ ਜਾਲੀ ਤੌਰ ਤੇ ਸਾਰਾ ਵੇਚਤਾ। ਉਹ ਰਜਿਸਟਰੀਆਂ ਦੇ ਵਿੱਚ ਜਦੋਂ ਇੰਤਕਾਲ ਦੀ ਵਾਰੀ ਆਈ ਤੇ ਇੱਥੇ ਖਰਬੰਦਾ ਸੀ ਐਸਡੀਐਮ, ਖਰਬੰਦੇ ਐਸਡੀਐਮ ਨੇ ਕੱਖ ਨਹੀਂ ਵੇਖਿਆ, ਕੁਛ ਨਹੀਂ ਵੇਖਿਆ। ਜਦੋਂ ਬੰਦਾ 91 'ਚ ਮਰ ਗਿਆ ਤੇ 97 ਵਾਲੀਆਂ ਰਜਿਸਟਰੀਆਂ ਤਾਂ ਹੋ ਹੀ ਨਹੀਂ ਸਕਦੀਆਂ, ਪਰ ਉਸ ਖਰਬੰਦੇ ਐਸਡੀਐਮ ਨੇ ਉਹ ਰਜਿਸਟਰੀਆਂ ਕਰਤੀਆਂ, ਇੰਤਕਾਲ ਕਰਤੇ ਉਹਨਾਂ ਦੇ ਨਾਮ। ਉਹ ਉਸ ਮਾਲਕੀ ਨੂੰ ਲੈ ਕੇ ਅੱਜ ਤੱਕ ਇਹ ਉਹ ਰੈਵਨਿਊ ਡਿਪਾਰਟਮੈਂਟ ਵਾਲੇ ਰਲ ਮਿਲ ਕੇ ਆਪ ਦਾ ਡਾਂਗਾ ਚਲਾਈ ਜਾਂਦੇ ਆ। ਇਹ ਜਿਹੜੀ ਖਬਰ ਸੀ ਇਹ ਅਖਬਾਰਾਂ 'ਚ ਲੱਗੀ 11/3 ਨੂੰ, 11/3 ਨੂੰ ਅਖਬਾਰਾਂ 'ਚ ਲੱਗੀ ਜਹਾਜ਼ ਗਰਾਊਂਡ ਬਾਰੇ। ਜਦੋਂ ਅਖਬਾਰਾਂ 'ਚ ਲੱਗੀ, ਇੱਥੇ ਡੀਸੀ ਹੈ, ਇਹਨੇ ਰਿਪੋਰਟ ਕੀਤੀ ਚੀਫ ਸੈਕਟਰੀ ਨੂੰ। ਜਿਹੜੀ ਚੀਫ ਸੈਕਟਰੀ ਨੇ ਰਿਪੋਰਟ ਕੀਤੀ ਉਹ ਮੇਰੇ ਹੱਥ ਆਈ। ਫਿਰ ਮੈਨੂੰ ਇਸ ਫੀਲਡ 'ਚ ਉਤਰਨਾ ਪਿਆ ਵੀ ਡੀਸੀ ਨੇ ਗਲਤ ਰਿਪੋਰਟ ਕੀਤੀ, ਸਰਾਸਰ ਗਲਤ ਰਿਪੋਰਟ ਕੀਤੀ ਹੈ। ਉਹਦੇ ਵਿੱਚ ਕੀ ਹੋਇਆ ਵੀ ਡੀਸੀ ਨੇ ਇਹ ਚੀਜ਼ ਆਪਦੀ ਰਿਪੋਰਟ 'ਚ ਲਿਖੀ ਨਹੀਂ ਵੀ 85 'ਚ ਪਾਵਰ ਆਫ ਅਟਾਰਨੀ ਹੋਇਆ ਸੀ ਮਦਨ ਮੋਹਨ ਦਾ ਤੇ 91 'ਚ ਮਦਨ ਮੋਹਨ ਮਰ ਗਿਆ ਸੀਗਾ, ਜਦੋਂ ਕਿ ਡੀਸੀ ਨੂੰ ਇਸ ਗੱਲ ਦਾ ਸਾਰਾ ਪਤਾ ਸੀਗਾ। ਪਰ ਨਾ ਡੀਸੀ ਨੇ 97 ਵਾਲੀਆਂ ਰਜਿਸਟਰੀਆਂ ਨੂੰ ਜਾਲੀ ਦੱਸਿਆ ਵੀ ਜਦੋਂ ਬੰਦਾ ਹੀ ਮਰ ਗਿਆ ਤਾਂ ਰਜਿਸਟਰੀਆਂ ਤਾਂ ਫੇਕ ਨੇ, ਰਜਿਸਟਰੀਆਂ ਗਲਤ ਨੇ, ਪਰ ਉਹ 97 ਵਾਲੀਆਂ ਰਜਿਸਟਰੀਆਂ ਵੀ ਡੀਸੀ ਨੇ ਲੁਕੋ ਲੀਆਂ। ਸਾਰਾ ਕੁਝ ਡੀਸੀ ਨੇ ਲੁਕੋ ਕੇ ਚੀਫ ਸੈਕਟਰੀ ਨੂੰ ਰਿਪੋਰਟ ਕਰਤੀ। ਮੈਂ ਚੀਫ ਸੈਕਟਰੀ ਨੂੰ ਲਿਖਿਆ, ਭਗਵੰਤ ਮਾਨ ਮੁੱਖ ਮੰਤਰੀ ਨੂੰ ਲਿਖਿਆ, ਡੀਜੀਪੀ ਨੂੰ ਲਿਖਿਆ ਵੀ ਇਹ ਜਿਹੜੀ ਡੀਸੀ ਦੀ ਰਿਪੋਰਟ ਹੈ ਇਹ ਸਰਾਸਰ ਗਲਤ ਹੈ। ਉਹ ਬੰਦਿਆਂ ਦਾ ਮੌਕੇ ਤੇ ਕਬਜ਼ਾ ਹੈ ਤੇ ਇਹ ਬੰਦਿਆਂ ਦਾ ਕਬਜ਼ਾ ਲਿਖੇ। ਜਦੋਂ ਬੰਦਿਆਂ ਦਾ ਕਬਜ਼ਾ ਜਹਾਜ਼ ਗਰਾਊਂਡ ਤੇ ਤਾਂ ਬੰਦਿਆਂ ਦਾ ਕਬਜ਼ਾ ਲਿਖੇ, ਫਿਰ ਇਹਨੇ ਕਬਜ਼ਾ ਜਹਾਜ਼ ਗਰਾਊਂਡ ਦਾ ਕਿਉਂ ਲਿਖਿਆ? ਰਿਕਾਰਡ ਮੁਤਾਬਕ, ਮਾਲ ਮੁਤਾਬਕ ਆਹ ਮੇਰੇ ਕੋਲ ਗਰਦੌਰੀ ਹੈ, ਆਹ ਵਾਲੀ ਮੇਰੇ ਕੋਲ ਗਰਦੌਰੀ ਹੈ। ਇਹਦੇ ਵਿੱਚ ਸਾਫ਼ ਲਿਖਿਆ ਵੀ ਕਬਜ਼ਾ ਬੰਦਿਆਂ ਦਾ। ਬਿਲਕੁਲ ਸਾਫ਼ ਲਿਖਿਆ ਇਹਦੇ ਵਿੱਚ ਵੀ ਜਹਾਜ਼ ਗਰਾਊਂਡ ਦੇ ਵਿੱਚ ਕਬਜ਼ਾ ਬੰਦਿਆਂ ਦਾ, ਤੇ ਡੀਸੀ ਲਿਖਦਾ ਵੀ ਕਬਜ਼ਾ ਜਹਾਜ਼ ਗਰਾਊਂਡ ਦਾ। ਉਹ ਕਿਉਂ ਲਿਖਦਾ? ਕੀ ਲੱਗਦਾ ਕੋਈ ਮਿਲੀ ਭੁਗਤ ਹੋ ਸਕਦੀ ਆ? ਜਿਹੜੀ ਅਫਸਰਸ਼ਾਹੀ ਆ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ, ਕੀ ਉਹਨਾਂ ਦੀ ਮਦਦ ਕਰ ਰਿਹਾ ਡੀਸੀ ਫਿਰੋਜ਼ਪੁਰ ਦਾ? ਇਹ ਡੀਸੀ ਜਿਹੜਾ ਨਾ ਇਹ ਲਾਲ ਚਿੱਟੇ ਅਮਰੂਦ ਖਾ ਗਿਆ ਖਰੜ ਤੋਂ, ਤੁਹਾਨੂੰ ਸਾਰਾ ਪਤਾ ਹੈ। ਇਹ ਡੀਸੀ ਸਾਰੇ ਅਫਸਰਾਂ ਨੂੰ ਬਚਾਉਣ ਖਾਤਰ ਗਲਤ ਰਿਪੋਰਟ ਕੀਤੀ ਹੈ। ਇਹਦੇ ਵਿੱਚ ਕਈ ਆਈਐਸ ਨੇ, ਕਈ ਪੀਸੀਐਸ ਨੇ, ਕਈ ਤਹਿਸੀਲਦਾਰ ਪਟਵਾਰੀ ਕਾਨੂੰਗੋ ਫਸਦੇ ਨੇ। ਉਹਨਾਂ ਸਾਰਿਆਂ ਨੂੰ ਬਚਾਉਣ ਖਾਤਰ ਇਸ ਡੀਸੀ ਨੇ ਇਹ ਰਿਪੋਰਟ ਜਾਣਬੁੱਝ ਕੇ ਰਿਕਾਰਡ ਦੇ ਖਿਲਾਫ ਕੀਤੀ ਹੈ। ਜੇ ਇਹ ਰਿਪੋਰਟ ਡੀਸੀ ਦੀ ਸਹੀ ਹੋਵੇ, ਮੈਨੂੰ ਜੋ ਮਰਜ਼ੀ ਸਜ਼ਾ ਦਿੱਤੀ ਜਾਵੇ, ਪਰ ਰਿਕਾਰਡ ਮੁਤਾਬਕ ਦੇ ਵੇਖ ਕੇ ਚੀਫ ਸੈਕਟਰੀ ਨੇ ਬੜੀ ਸੋਚ ਸਮਝ ਕੇ, ਡੀਜੀਪੀ ਨੇ ਬਹੁਤ ਬੜੀ ਸਮਝ ਸੋਚ ਕੇ ਐਸਐਸਪੀ ਵਿਜੀਲੈਂਸ ਨੂੰ ਇਹ ਇਨਕੁਆਰੀ ਦਿੱਤੀ ਹੈ। ਹੁਣ ਐਸਐਸਪੀ ਵਿਜੀਲੈਂਸ ਇਹ ਇਨਕੁਆਰੀ ਕਰ ਰਿਹਾ, ਜਿਹਦੇ ਵਿੱਚ ਮੈਂ ਅੱਜ ਉਹਨਾਂ ਨੂੰ ਰਿਕਾਰਡ ਦੇਣ ਵਾਸਤੇ ਜਾਂ ਰਿਕਾਰਡ ਦਿਖਾਉਣ ਵਾਸਤੇ ਆਇਆ। ਇਹ ਫਿਰ ਜਿਹੜੇ ਡੀਸੀ ਨੇ ਕੀ ਲੱਗਦਾ ਅਫਸਰਸ਼ਾਹੀ ਦੀ ਮਦਦ ਕਰ ਰਿਹਾ, ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਜਾਂ ਕੋਈ ਹੋਰ ਗੱਲ ਹੈ ਇਹਦੇ 'ਚ? ਇਹ ਡੀਸੀ ਜਿਹੜੇ ਥਰੜੇ ਅਫਸਰ ਹੈ ਉਹਨਾਂ ਸਾਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਇਸ ਰਿਪੋਰਟ ਦੇ ਵਿੱਚ।
ਵੀ ਇਹਨਾਂ ਦਾ ਕੋਈ ਕਸੂਰ ਨਹੀਂਗਾ, ਜਦੋਂ ਕਿ ਰਿਕਾਰਡ ਦੇ ਖਿਲਾਫ ਡੀਸੀ ਰਿਪੋਰਟ ਕਰ ਰਿਹਾ ਹੈ। ਇਹ ਹੁਣ ਵਿਜੀਲੈਂਸ ਕੋ ਇਨਕੁਆਇਰੀ ਆਈ ਹੈ, ਉਹਨਾਂ ਨੇ ਮੈਨੂੰ ਅੱਜ ਬੁਲਾਇਆ ਹੋਇਆ ਰਿਕਾਰਡ ਲੈਣ ਵਾਸਤੇ, ਜਾਂ ਜੋ ਵੀ ਕੁਝ ਹੈਗਾ, ਜੋ ਵੀ ਅਗਾਂਹ ਆਏਗਾ ਫਿਰ ਉਹ ਤੁਹਾਨੂੰ ਦੱਸਤਾ ਜਾਏਗਾ। ਨਿਸ਼ਾਨ ਜੀ, ਤੁਸੀਂ ਬੜੇ ਮਸਲੇ ਚੱਕਦੇ ਰਹੇ ਹੋ, ਡੀਸੀ ਦਫ਼ਤਰ ਦੇ ਕੈਮਰਿਆਂ 'ਚ ਵੀ ਕਰੋੜਾਂ ਦੇ ਘਟਾਲੇ ਤੁਸੀਂ ਦੱਸੇ, ਹੋਰ ਵੀ ਤੁਹਾਡੇ ਡੀਆਰਓ ਨਾਲ ਪੰਗੇ ਰਹੇ, ਕਾਫੀਆਂ ਨਾਲ ਪੰਗੇ ਰਹੇ। ਹੁਣ ਆਹ ਜਿਹੜਾ ਮਸਲਾ ਹੈਗਾ, ਹਾਲਾਂਕਿ ਕੰਮ ਸਰਕਾਰ ਦਾ, ਤੁਸੀਂ ਸਰਕਾਰ ਦੀ ਮਦਦ ਕਰ ਰਹੇ ਹੋ, ਡਾਇਰੈਕਟ ਜਾਂ ਇਨਡਾਇਰੈਕਟ ਕਹਿ ਲਈਏ, ਪਰ ਕੀ ਲੱਗਦਾ ਇਹਦੇ ਵਿੱਚ ਤੁਹਾਡੀ ਸਰਕਾਰ ਮਦਦ ਕਰ ਰਹੀ ਹੈ, ਪ੍ਰਸ਼ਾਸਨ ਮਦਦ ਕਰ ਰਿਹਾ, ਜਾਂ ਫਿਰ ਤੁਸੀਂ ਇੰਡੀਵਿਜੂਅਲ ਹੋ ਕੇ ਇਕੱਲੇ ਹੀ ਸਰਕਾਰ ਦੀ ਮਦਦ ਕਰ ਰਹੇ ਹੋ? ਮੇਰੀ ਕੋਈ ਮਦਦ ਨਹੀਂ ਕਰ ਰਿਹਾ ਜੀ। ਹੋ ਸਕਦਾ ਹੈ ਵੀ ਅੱਜ ਜਿਵੇਂ ਹਾਲਾਤ ਤੁਸੀਂ ਦੇਖ ਲਏ ਆ, ਵੀ ਕੱਲ ਨੂੰ ਮੇਰਾ ਕੋਈ ਜਾਨੀ ਮਾਲੀ ਨੁਕਸਾਨ ਇਹ ਲੋਕ ਕਰ ਦੇਣ, ਜਦੋਂ ਕਿ ਮੈਂ ਇਹਨਾਂ ਲੋਕਾਂ ਦੇ ਖਿਲਾਫ ਤਾਂ ਬੋਲ ਹੀ ਨਹੀਂ ਰਿਹਾ। ਮੈਂ ਇਹਨਾਂ ਲੋਕਾਂ ਦੇ ਖਿਲਾਫ, ਮੈਂ ਤਾਂ ਸਰਕਾਰ ਦੇ ਹੱਕ 'ਚ ਬੋਲ ਰਿਹਾ, ਡੀਸੀ ਦੇ ਖਿਲਾਫ ਬੋਲ ਰਿਹਾ ਵੀ ਡੀਸੀ ਜਿਹੜਾ ਉਹ ਸਾਰਿਆਂ ਨੂੰ ਗੁੰਮਰਾਹ ਕਰੀ ਜਾ ਰਿਹਾ, ਸਾਰਿਆਂ ਨੂੰ ਬਚਾਉਣ ਵਾਸਤੇ ਲੱਗਾ ਹੋਇਆ। ਨਹੀਂ, ਜੇ ਉਹ ਲੋਕ ਜਿਨ੍ਹਾਂ ਨੇ ਜ਼ਮੀਨ ਦੱਬੀ ਆ, ਜਿਨ੍ਹਾਂ ਦੇ ਨਾਂ ਬੋਲਦੀ ਪਈ ਅੱਜ, ਕੀ ਲੱਗਦਾ ਅਗਰ ਉਹ ਲੋਕ ਹੋਣਗੇ ਤਾਂ ਫਿਰ ਨਾਂ ਲੈਣੇ ਵੀ ਤਾਂ ਜਾਇਜ਼ ਆ ਨਾ, ਫਿਰ ਤਾਂ ਨਾਂ ਵੀ ਲਿੱਤੇ ਜਾ ਸਕਦੇ ਬਾਅਦ 'ਚ? ਦੇਖੋ ਜੀ, ਜਦੋਂ ਮੇਰੇ ਤੇ ਕੋਈ ਪਰਸਨਲ ਅਟੈਕ ਕਰੇਗਾ ਨਾ, ਮੈਨੂੰ ਕੋਈ ਪਰਸਨਲ ਆਂਚ ਆਏਗੀ, ਬਾਕੀ ਪਤਾ ਸਭ ਨੂੰ ਹੀ ਹੈ ਵੀ ਇਹ ਬੰਦਾ ਜਿਹੜਾ ਕੰਮ ਕਰਦਾ ਪਿਆ ਇਹਨੂੰ ਖਤਰਾ ਤਾਂ ਹੈਗਾ ਹੀ ਹੈ, ਕਿਹੜਾ ਕਿਹਨੂੰ ਨਹੀਂ ਭੁੱਲ ਵੀ ਹੋ ਸਕਦਾ ਡੀਸੀ ਹੀ ਇਹਨਾਂ ਨੂੰ ਭੜਕਾ ਕੇ ਭੇਜਦਾ ਹੋਵੇ। ਤੁਹਾਨੂੰ ਖਤਰਾ ਹੈਗਾ? ਲੈ, ਖਤਰਾ ਮੈਨੂੰ ਪੂਰਾ ਹੈ, ਤੁਹਾਡੇ ਸਾਹਮਣੇ ਹੀ ਹੈ। ਹੋ ਸਕਦਾ ਡੀਸੀ ਹੀ ਇਹਨਾਂ ਨੂੰ ਭੜਕਾ ਕੇ ਭੇਜਦਾ ਹੋਵੇ ਵੀ ਤੁਸੀਂ ਉਹਦੇ ਗਲ ਪਾਓ, ਡਰਾਓ, ਉਹਨੂੰ ਧਮਕਾਓ, ਪਿੱਛੇ ਹਟ ਜੇ, ਵੀ ਡੀਸੀ ਮੇਰੇ ਖਿਲਾਫ ਨਾ ਬੋਲੇ। ਮੈਂ ਤਾਂ ਡੀਸੀ ਦੇ ਖਿਲਾਫ ਬੋਲਦਾ ਰਹੂੰਗਾ, ਕਿਉਂਕਿ ਡੀਸੀ ਨੇ ਗਲਤ ਕੀਤਾ ਹੈ। ਅੱਛਾ, ਕਿੰਨਾ ਕੁ ਖਤਰਾ ਤੁਹਾਨੂੰ ਲੱਗਦਾ? ਤੁਸੀਂ ਰਿਟਾਇਰਡ ਹੋਏ ਹੋ, ਤੁਹਾਨੂੰ ਕਾਫੀ ਕਮੀਆਂ ਪਤਾ ਨੇ ਇਹਨਾਂ ਦੇ ਦਫ਼ਤਰਾਂ ਦੀਆਂ, ਤੁਹਾਨੂੰ ਮਾਲ ਰਿਕਾਰਡ ਬਾਰੇ ਕੱਲੀ ਚੀਜ਼ ਪਤਾ ਵੀ ਕਿੱਥੋਂ ਹੇਰ ਫੇਰ, ਕਿੱਥੋਂ ਗੜਬੜ ਕੀਤੀ ਗਈ ਆ। ਕੀ ਇਹ ਜਿਹੜੇ ਇੰਨੇ ਵੱਡੇ ਸਕੈਂਡਲ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਖਤਰਾ, ਰਿਐਲਿਟੀ ਦੇ ਵਿੱਚ ਲੱਗਦਾ ਕਿ ਇਹ ਕੋਈ ਨਾ ਕੋਈ ਹੱਦ ਤੱਕ ਜਾ ਸਕਦਾ, ਇਹ ਲੋਕ, ਇਹ ਪ੍ਰਸ਼ਾਸਨ ਵੀ ਤੁਹਾਡੇ ਬਰਖਲਾਫ ਹੋ ਸਕਦਾ? ਦੇਖੋ ਜੀ, ਜੇ ਮੇਰਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਨਾ, ਤਾਂ ਪ੍ਰਸ਼ਾਸਨ ਦੀ ਸ਼ਹਿ ਤੋਂ ਬਿਨਾਂ ਨਹੀਂ ਹੋਣਾ। ਪ੍ਰਸ਼ਾਸਨ ਦੀ ਸ਼ਹਿ ਨਾਲ ਹੀ ਹੋਊਗਾ ਨਾ ਮੇਰਾ ਨੁਕਸਾਨ, ਵੀ ਇਹ ਸਾਡੇ ਖਿਲਾਫ ਨਾ ਬੋਲੇ। ਅੱਛਾ, ਕੀ ਲੱਗਦਾ ਵਿਜੀਲੈਂਸ ਕੋਲੇ ਅੱਜ ਇਨਕੁਆਇਰੀ ਆਈ ਆ, ਤੁਸੀਂ ਕਾਗਜ਼ ਲੈ ਕੇ ਆਏ ਹੋ, ਜਿਹੜੀ ਧਿਰ ਨੇ ਜ਼ਮੀਨ ਜਿਨ੍ਹਾਂ ਦੇ ਨਾਂ ਬੋਲਦੀ ਆ, ਕੀ ਉਹ ਧਿਰ ਵੀ ਮੌਜੂਦ ਹੋਈ ਆ ਇੱਥੇ, ਉਹਨਾਂ ਨੂੰ ਵੀ ਤਲਬ ਕੀਤਾ? ਕੀ ਲੱਗਦਾ ਤੁਹਾਨੂੰ? ਵੇਖੋ ਜੀ, ਉਹਨਾਂ ਨੂੰ ਬੁਲਾਉਣਾ ਉਹ ਉਹਨਾਂ ਦਾ ਫਰਜ਼ ਹੈ, ਪਰ ਮੈਂ ਤਾਂ ਉਹਨਾਂ ਦੇ ਖਿਲਾਫ ਲੜਾਈ ਨਹੀਂ ਲੜ ਰਿਹਾ। ਮੈਂ ਤਾਂ ਅਫਸਰਾਂ ਦੇ ਖਿਲਾਫ, ਜੋ ਅਫਸਰ ਗਲਤ ਕਰ ਰਹੇ ਆ, ਮੈਂ ਤਾਂ ਅਫਸਰਾਂ ਦੀ ਲੂਪ ਹੋਲ ਚੱਕ ਰਿਹਾ ਵੀ ਇਹ ਅਫਸਰ ਗਲਤ ਕਰ ਰਹੇ, ਮੈਂ ਉਹਨਾਂ ਨਾਲ ਮੇਰਾ ਕੋਈ ਨਹੀਂਗਾ। ਪਰ ਜੇ ਕੋਈ ਗੱਲ ਕੱਲ ਨੂੰ ਮੇਰਾ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਫਿਰ ਜ਼ਿੰਮੇਵਾਰ ਤਾਂ ਅਫਸਰ ਹੀ ਹੋਣਗੇ, ਕਿਉਂਕਿ ਇਹਨਾਂ ਦੀ ਸ਼ਹਿਤ ਹੀ ਹੋ ਰਿਹਾ ਸਾਰਾ ਕੁਝ, ਇਹੀ ਕਰਵਾ ਰਹੇ। ਅੱਛਾ, ਤੇ ਕੀ ਲੱਗਦਾ ਕਿ ਇਹ ਜਿਹੜਾ ਸਕੈਂਡਲ ਹੈਗਾ, ਇਹ ਕਰੋੜਾਂ ਦਾ, ਅਰਬਾਂ ਦਾ, ਕਿੰਨੇ ਕੁ ਪੈਸਿਆਂ ਦਾ ਇਹ ਮਸਲਾ ਹੈਗਾ ਜਿਹੜਾ ਜਹਾਜ਼ ਗਰਾਊਂਡ ਵਾਲਾ ਹੈਗਾ? ਇਹ ਅਰਬਾਂ ਖਰਬਾਂ ਦਾ, ਕਰੋੜਾਂ ਦਾ ਮੈਟਰ ਹੈ ਜੀ। ਇਹ ਲੰਮਾ ਚੌੜਾ ਹੈ, ਕੱਲ ਨੂੰ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਉਹ ਗੱਲ ਵੱਖਰੀ ਹੈ, ਪਰ ਇਹ ਮੈਟਰ ਲੰਮਾ ਹੈ, ਕਾਫੀ ਕਰੋੜਾਂ ਅਰਬਾਂ ਦਾ ਮੈਟਰ ਹੈ। ਇਹਦੇ ਵਿੱਚ ਇਕੱਲੇ ਅਫਸਰ ਹੀ ਆ ਜਾਂ ਕੋਈ ਲੀਡਰਾਂ ਦੀ ਸ਼ਹਿ ਤੇ ਵੀ ਹੋਇਆ, ਜਾਂ ਲੀਡਰਾਂ ਨੇ ਵੀ ਕੋਈ ਮਗਰ ਜੈਕ ਲਾਇਆ ਵੀ ਤੁਸੀਂ ਕੋਈ ਗੱਲ ਨਹੀਂ ਨਾਲ ਆ, ਜਾਂ ਇਕੱਲੇ ਅਫਸਰ ਹੀ ਹੋ ਸਕਦੇ? ਕਿਉਂਕਿ ਰਿਕਾਰਡ ਜਿਹੜਾ ਔਨ ਰਿਕਾਰਡ ਹੈ ਨਾ, ਰਿਕਾਰਡ ਦੇ ਵਿੱਚ ਤਾਂ ਕੋਈ ਲੀਡਰ ਆਉਂਦਾ ਨਹੀਂ, ਆਪਾਂ ਰਿਕਾਰਡ 'ਚ ਕਿਸੇ ਲੀਡਰ ਦਾ ਕਿਵੇਂ ਨਾਮ ਲੈ ਦਾਂਗੇ? ਰਿਕਾਰਡ 'ਚ ਤਾਂ ਅਫਸਰ ਹੀ ਆਉਂਦੇ ਆ, ਅਫਸਰਾਂ ਨੇ ਗਲਤ ਕੀਤਾ। ਆ ਮੈਂ ਤੁਹਾਨੂੰ ਹੁਣ ਵੀ ਦਿਖਾ ਦਿਆਂ ਵੀ ਗਰਦੌਰੀ ਜਿਹੜੀ ਹੈ ਉਹ ਜਹਾਜ਼ ਗਰਾਊਂਡ ਦੇ ਨਾਮ ਕੀਤੀ ਜਾ ਰਹੀ ਹੈ, ਜਦੋਂ ਕਿ ਗਲਤ ਹੈ। ਗਰਦੌਰੀ ਤਾਂ ਬੰਦਿਆਂ ਦੇ ਨਾਮ ਹੈ, ਫਿਰ ਬੰਦਿਆਂ ਦੇ ਨਾਮ ਪਾਓ। ਹਾਂ, ਅੱਛਾ, ਕੀ ਲੱਗਦਾ ਵਿਜੀਲੈਂਸ ਤੁਹਾਨੂੰ ਜਿਹੜਾ ਤੁਸੀਂ ਇਹ ਮੁੱਦਾ ਚੱਕਿਆ ਜਹਾਜ਼ ਗਰਾਊਂਡ ਦਾ, ਕਿ ਸਰਕਾਰੀ ਜਹਾਜ਼ ਗਰਾਊਂਡ ਸਰਕਾਰ ਨੂੰ ਹੀ ਮਿਲਣਾ ਚਾਹੀਦਾ, ਨਾ ਕਿ ਜਿਨ੍ਹਾਂ ਦੇ ਨਾਂ ਕਰਤੀਆਂ, ਜਿਨ੍ਹਾਂ ਦੇ ਨਾਂ ਗਰਦੌਰੀਆਂ ਚੜ ਗਈਆਂ ਉਹਨਾਂ ਨੂੰ ਮਿਲਣਾ ਚਾਹੀਦਾ? ਇਨਵੈਸਟੀਗੇਸ਼ਨ ਜਿਹੜੀ ਵਿਜੀਲੈਂਸ ਦੀ ਆ, ਸੰਤੁਸ਼ਟ ਹੋ ਕੀ ਇਹ ਇਨਵੈਸਟੀਗੇਸ਼ਨ ਵਾਕਿਆ ਨਿਰਪੱਖ ਹੋਏਗੀ? ਦੇਖੋ ਜੀ, ਜਿਸ ਹਿਸਾਬ ਨਾਲ ਮੈਨੂੰ ਦਾਬੇ ਵੱਜ ਰਹੇ ਆ ਤਾਂ ਹੋਰ ਵੀ ਦਾਬੇ ਮਾਰ ਸਕਦੇ ਆ ਅਗਲੇ। ਕੌਣ ਦਾਬੇ ਮਾਰ ਰਿਹਾ? ਤੁਸੀਂ ਖੁੱਲ ਕੇ ਤੁਹਾਡੇ ਸਾਹਮਣੇ ਹੀ ਆ ਨਾ, ਜਿਹੜੇ ਬੰਦੇ ਕਬਜ਼ੇ ਵਾਲੇ ਆ। ਮੈਂ ਤਾਂ ਉਹਨਾਂ ਦੇ ਖਿਲਾਫ ਬੋਲ ਨਹੀਂ ਰਿਹਾ, ਪਰ ਉਹ ਮੈਨੂੰ ਡਰਾਉਂਦੇ ਆ। ਉਹ ਅੱਜ ਹੁਣ ਐਸਐਸਪੀ ਨਾਲ, ਡੀਐਸਪੀ ਵੀ ਨਾਲ, ਐਸਐਸਪੀ ਨਾਲ ਮੈਂ ਗੱਲ ਕਰਾਂਗਾ, ਮੈਂ ਤੁਹਾਡੇ ਦਫ਼ਤਰ ਆਉਣਾ, ਇੱਥੇ ਆ ਕੇ ਮੈਨੂੰ ਅਗਲੇ ਦਾਬੇ ਮਾਰਦੇ। ਇਹ ਜਿਹੜੇ ਬੰਦੇ ਹੁਣ ਆਏ ਸੀ ਇਹੀ ਦਾਬੇ ਲਾ ਰਹੇ ਸੀ? ਹਾਂ, ਇਹ ਦਾਬੇ ਲਾਉਂਦੇ ਮੈਨੂੰ। ਇਹ ਬੰਦੇ ਕੌਣ ਨੇ? ਇਹ ਬੰਦੇ ਕਾਬਜ਼ ਵਾਲੇ ਨੇ ਨਾ, ਕਾਬਜ਼ ਵਾਲੇ, ਇਹਨਾਂ ਦੇ ਨਾਂ ਤੇ ਬੋਲਦੀ ਹੈ? ਹਾਂ, ਇਹ ਕਾਬਜ਼ ਵਾਲੇ ਨੇ। ਇਹਨਾਂ ਨੂੰ ਬੁਲਾਇਆ, ਅੱਜ ਬੁਲਾਇਆ, ਤੁਸੀਂ ਆ ਜਾਓ, ਤੁਸੀਂ ਆਪ ਦਾ ਪੱਖ ਦੇ ਦਿਓ। ਮੈਂ ਤਾਂ ਇਹਨਾਂ ਦੇ ਖਿਲਾਫ ਨਾ ਕਿਤੇ ਦਰਖਾਸਤ ਦਿੱਤੀ ਹੈ, ਨਾ ਇਹਨਾਂ ਦਾ ਮੈਂ ਨੁਕਸਾਨ ਦੀ ਕੋਈ ਗੱਲ ਕੀਤੀ ਹੈ, ਮੈਂ ਤਾਂ ਅਫਸਰਾਂ ਦੀ ਗੱਲ ਕੀਤੀ ਹੈ ਵੀ ਅਫਸਰ ਗਲਤ ਕਰ ਰਹੇ ਆ। ਅੱਛਾ, ਹੁਣ ਕੀ ਲੱਗਦਾ ਹੈਗਾ ਕਿ ਜਿਹੜਾ ਤੁਹਾਡਾ ਮਸਲਾ ਇੰਨੀ ਉੱਪਰ ਤੱਕ ਪਹੁੰਚ ਗਿਆ, ਚੰਡੀਗੜ੍ਹੋਂ ਘੁੰਮ ਕੇ ਇੱਥੇ ਇਨਕੁਆਇਰੀ ਆਈ ਆ, ਇਸ ਤੋਂ ਅਗਲਾ ਸਟੈਪ ਕੀ ਲੱਗਦਾ ਹੈਗਾ ਕਿ ਤੁਸੀਂ ਕਿਹਦੇ ਤੋਂ ਮੰਗ ਕਰਦੇ ਹੋ ਕਿ ਤੁਹਾਡੀ ਹਿਫਾਜ਼ਤ ਕੀਤੀ ਜਾਵੇ, ਜਾਂ ਤੁਹਾਨੂੰ ਖਤਰਾ ਹੈਗਾ, ਜਾਂ ਤੁਹਾਡੀ ਜਿਹੜੀ ਇਹ ਆਵਾਜ਼ ਚੱਕੀ ਹੈ ਇਹਨੂੰ ਕਿੰਨਾ ਕੁ ਬੂਰ ਪੈ ਸਕਦਾ? ਉਹ ਖਤਰਾ ਤਾਂ ਅੱਜ ਤੋਂ ਹੋ ਗਿਆ ਨਾ, ਹੁਣ ਤੁਹਾਡੇ ਸਾਹਮਣੇ ਹੀ ਹੋਇਆ। ਖਤਰਾ ਤਾਂ ਹੋ ਗਿਆ ਮੈਨੂੰ ਵੀ ਜਦੋਂ ਇਹ ਆਏ ਹੈ ਤਾਂ ਅੱਗੋਂ ਹੋ ਸਕਦਾ ਕਿਸੇ ਅਫਸਰ ਦੀ ਸ਼ਹਿ ਤੇ ਆਏ ਹੋਣ। ਐਡਾ ਵੱਡਾ ਡੀਸੀ ਹੈ, ਠੀਕ ਹੈ, ਡੀਸੀ ਦਾ ਅਮਰੂਦਾਂ ਵਾਲਾ ਹਿਸਾਬ ਵੀ ਹੈਗਾ, ਹੋ ਸਕਦਾ ਇੱਧਰ ਵੀ ਉਹ ਰੋਕਣਾ ਚਾਹੁੰਦਾ ਹੋਵੇ। ਅਮਰੂਦਾਂ ਵਾਲਾ ਹਿਸਾਬ ਕੀ ਸੀ ਉਹਨਾਂ ਦਾ? ਉਹ ਡੀਸੀ ਦਾ ਪਰਿਵਾਰ ਫਸਿਆ ਨਾ ਅਮਰੂਦਾਂ ਵਾਲੇ ਕਾਂਡ 'ਚ, ਮੁਹਾਲੀ ਖਰੜ, ਬਾਗ ਵਾਲੇ ਚੱਕਰ 'ਚ? ਹਾਂ, ਬਾਗ ਵਾਲੇ ਚੱਕਰ 'ਚ। ਅੱਛਾ, ਤੇ ਲੱਗਦਾ ਵੀ ਇਹਦੇ 'ਚ ਵੀ ਉਹ ਇਸ ਕਰਕੇ ਉੱਧਰ ਫਸਿਆ, ਇੱਧਰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਊਗੀ ਡੀਸੀ ਵੱਲੋਂ? ਉਹ ਡੀਸੀ ਦੇ ਉੱਪਰ ਤੱਕ ਲਿੰਕ ਹੁੰਦੇ ਆ, ਆਈਐਸ ਅਫਸਰਾਂ ਨਾਲ, ਵੱਡੇ ਆਈਐਸ ਅਫਸਰਾਂ ਨਾਲ, ਰਾਜਨੀਤਿਕ ਬੰਦਿਆਂ ਨਾਲ ਵੀ ਲਿੰਕ ਹੁੰਦੇ ਆ ਡੀਸੀ ਦੇ। ਮੈਂ ਕੀ ਚੀਜ਼ ਆ? ਪਰ ਮੈਂ ਤਾਂ ਉਹਨਾਂ ਬੰਦਿਆਂ ਦੇ ਖਿਲਾਫ ਨਹੀਂ ਬੋਲ ਰਿਹਾ ਨਾ, ਮੈਂ ਤਾਂ ਡੀਸੀ ਦੇ ਖਿਲਾਫ ਬੋਲ ਰਿਹਾ। ਮੇਰਾ ਉਹਨਾਂ ਬੰਦਿਆਂ ਨਾਲ ਕੋਈ ਵਾਸਤਾ ਨਹੀਂ ਹੈਗਾ, ਉਹ ਬੈਠੇ ਰਹਿਣ, ਜੋ ਮਰਜ਼ੀ ਕਰਨ, ਲੈ ਲੈਣ ਨਾ ਲੈ ਲੈਣ, ਮੈਨੂੰ ਉਹਨਾਂ ਕੋਈ ਵਾਸਤਾ ਨਹੀਂ। ਬਾਅਦ ਚ ਗੱਲ ਕਰ ਲੈ, ਬਾਅਦ ਚ ਗੱਲ ਕਰ ਲੈ।
ਡੀਸੀ ਗਲਤ ਲਿਖਦਾ ਪਿਆ। ਭਾਜੀ ਬਾਅਦ 'ਚ ਗੱਲ ਕਰ ਲੈ, ਸਾਡੀ ਮੈਂ ਇੰਟਰਵਿਊ ਚੱਲਣ ਗੱਲ ਕਰਦਾ, ਮੈਂ ਦਿਓ, ਤੁਹਾਡੇ ਨਾਲ ਸਾਡੀ ਲੜਦਾ ਇੰਟਰਵਿਊ ਚੱਲਣ ਦਿਓ, ਬਾਅਦ 'ਚ ਗੱਲ ਕਰ ਲੈ। ਮੇਰੀ ਤਾਂ ਡੀਸੀ ਨਾਲ ਗੱਲ ਕਰਨਾ ਨਹੀਂ, ਮੈਂ ਲੜਦਾ ਮੈਂ। ਭਾਜੀ ਅਸੀਂ ਤੁਹਾਨੂੰ ਬੁਲਾਇਆ, ਅਸੀਂ ਇੰਟਰਵਿਊ ਕਰ ਰਹੇ ਉਹਨਾਂ ਦੀ, ਤੁਸੀਂ ਪਾਸੇ ਜਾਓ, ਸਾਡੀ ਪਰਾਂ ਜਾਓ, ਤੁਸੀਂ ਸਾਡੇ ਨਾਲ ਗੱਲ ਕਰੋ। ਹਾਂ, ਸਾਡੀ ਇੰਟਰਵਿਊ 'ਚ ਨਹੀਂ ਆਉਣਾ ਵਿੱਚ, ਜਾ ਕੇ ਅੰਦਰ ਜਾ ਕੇ ਗੱਲ ਕਰੋ। ਤੁਸੀਂ ਚਲਦੀ ਇੰਟਰਵਿਊ 'ਚ ਕਿਉਂ ਆਏ ਜੇ? ਤੁਸੀਂ ਮੈਕ 'ਚ ਬੋਲਿਆ ਜੇ, ਚਲਦੀ ਇੰਟਰਵਿਊ ਥੋੜੀ ਪੜਨਾ ਹੁੰਦਾ ਆ ਕੇ ਤੁਸੀਂ ਉਧਰ ਭਾਜੀ ਬਾਅਦ 'ਚ ਗੱਲ ਕਰਨੀ, ਇੰਟਰਵਿਊ ਚੱਲ ਰਹੀ ਆ, ਤੁਹਾਨੂੰ ਕੀ ਪਤਾ ਲਾਈਵ ਚੱਲਦੀ ਹੋਵੇ? ਨਹੀਂ ਭਾਜੀ, ਗਲਤ ਆ ਤੁਹਾਡਾ, ਗਲਤ ਜੇ ਤੁਸੀਂ। ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹਣਾ ਵੀ ਇੱਥੇ ਪੂਰਨ ਸਿੰਘ ਪਟਵਾਰੀ ਡੀਸੀ ਵੱਲੋਂ ਰਿਕਾਰਡ ਲੈ ਕੇ ਆਇਆ। ਇੱਕ ਹਰਪ੍ਰੀਤ ਕਾਨੂੰਗੋ ਹੈ, ਉਹ ਵੀ ਉਹਦੇ ਨਾਲ ਰਿਕਾਰਡ ਲੈ ਕੇ ਆਇਆ ਡੀਸੀ ਵੱਲੋਂ। ਤੇ ਪਲੀਜ਼ ਤੁਸੀਂ ਉਹਨਾਂ ਦੀ ਵੀ ਗੱਲਬਾਤ ਸੁਣ ਲਓ, ਉਹ ਡੀਸੀ ਵੱਲੋਂ ਰਿਕਾਰਡ ਲੈ ਕੇ ਆਏ ਨੇ ਵੀ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਮੈਟਰ। ਤਾਂ ਤੁਸੀਂ ਦੇਖ ਸਕਦੇ ਹੋ ਇਹ ਪਟਵਾਰੀ ਨੇ ਜੋ ਅੱਜ ਵਿਜੀਲੈਂਸ ਦੇ ਵੱਲੋਂ ਇਹਨਾਂ ਨੂੰ ਬੁਲਾਇਆ ਗਿਆ ਸੀ, ਪਰ ਫਿਲਹਾਲ ਬਾਈਟ ਨਹੀਂ ਦੇ ਰਹੇ, ਜਿਹੜਾ ਆਪਣਾ ਪੱਖ ਆ ਉਹ ਨਹੀਂ ਦੇ ਰਹੇ। ਇਹਨਾਂ ਤੋਂ ਜਿਹੜਾ ਪੱਖ ਲੈਣ ਦੀ ਕੋਸ਼ਿਸ਼ ਸਾਡੇ ਵੱਲੋਂ ਕੀਤੀ ਜਾ ਰਹੀ ਆ, ਪਰ ਇਹਨਾਂ ਦੇ ਵੱਲੋਂ ਆਪਣਾ ਪੱਖ ਨਹੀਂ ਦਿੱਤਾ ਗਿਆ। ਹਾਲਾਂਕਿ ਅਸੀਂ ਤਾਂ ਸਿਰਫ ਇਹੀ ਪੁੱਛਣਾ ਚਾਹੁੰਦੇ ਸੀ ਇਹਨਾਂ ਨੂੰ ਕਿ ਆਖਿਰਕਾਰ ਤੁਹਾਡੇ ਵੱਲੋਂ ਕੀ ਪੇਸ਼ ਕੀਤਾ ਗਿਆ, ਇਹਦੇ 'ਚ ਨਹੀਂ ਦੱਸੀ ਗਈ ਸਾਨੂੰ, ਤਾਂ ਵਾਰ-ਵਾਰ ਪੁੱਛਣ ਦੀ ਕੋਸ਼ਿਸ਼ ਕੀਤੀ। ਇਹਨਾਂ ਦਾ ਨਾਮ ਪੂਰਨ ਸਿੰਘ ਪਟਵਾਰੀ ਦੱਸਿਆ ਜਾ ਰਿਹਾ। ਹਾਲਾਂਕਿ ਵੱਡਾ ਸਾਰਾ ਥੈਲਾ ਜ਼ਰੂਰ ਲੈ ਕੇ ਆਏ ਨੇ, ਪਰ ਮੀਡੀਆ ਦੇ ਸਾਹਮਣੇ ਨਹੀਂ ਬੋਲੇ, ਮੀਡੀਆ ਦੇ ਸਾਹਮਣੇ ਉਹ ਭੱਜਦੇ ਦਿਖਾਈ ਦਿੱਤੇ, ਬਿਲਕੁਲ ਇਸ ਪਾਸਿਓਂ ਦੀ ਭੱਜ ਗਏ ਨੇ। ਹਾਲਾਂਕਿ ਵਿਜੀਲੈਂਸ ਦਫ਼ਤਰ ਦੇ ਵਿੱਚ ਇਹਨਾਂ ਨੇ ਕੁਝ ਪੇਸ਼ ਕੀਤਾ ਹੈ, ਨਹੀਂ ਕੀਤਾ ਹੈ, ਇਸ ਬਾਰੇ ਹਜੇ ਕੁਝ ਨਹੀਂ ਪਤਾ, ਪਰ ਕੈਮਰੇ ਤੇ ਬੋਲਣ ਤੋਂ ਕੰਨੀ ਕਤਰਾਏ ਨੇ, ਭੱਜੇ ਨੇ। ਇਹਦੇ ਵਿੱਚ ਕੀ ਮਾਜਰਾ ਹੈ, ਕੀ ਮਸਲਾ ਹੈ, ਵਿਜੀਲੈਂਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੇਗਾ। ਜਿਨ੍ਹਾਂ ਦੇ ਨਾਂ ਤੇ ਜ਼ਮੀਨ ਬੋਲਦੀ ਆ ਉਹਨਾਂ ਦੇ ਵੱਲੋਂ ਜਿਹੜਾ ਕਿ ਅੱਜ ਇੱਥੇ ਐਸਐਸਪੀ ਵਿਜੀਲੈਂਸ ਦੇ ਕੋਲੇ ਉਹਨਾਂ ਨੂੰ ਬੁਲਾਇਆ ਗਿਆ, ਉਸ ਜਗ੍ਹਾ ਤੇ ਜਿਹੜੀ ਇਨਕੁਆਇਰੀ ਜਿਹੜੀ ਆ ਅੱਜ ਤੱਥ ਪੇਸ਼ ਕਰਨੇ ਬਣਦੇ ਆ, ਉਹਨਾਂ ਦੇ ਜਿਹੜੇ ਤੱਥ ਨੇ ਉਹ ਪੇਸ਼ ਕਰਨਗੇ। ਬਾਕੀ ਉਹਨਾਂ ਨੂੰ ਪੁੱਛ ਲੈਂਦੇ ਆ। ਕੀ ਨਾਮ ਹੈ ਜੀ ਤੁਹਾਡਾ? ਮਨਿੰਦਰ ਸਿੰਘ ਜੀ। ਮਨਿੰਦਰ ਸਿੰਘ ਜੀ, ਕੀ ਗੱਲ ਹੈ ਵੀ ਇਹ ਜਿਹੜੀ ਜ਼ਮੀਨ ਜਿਹੜੀ 15 ਕਿੱਲੇ ਦੱਸੀ ਜਾ ਰਹੀ ਹੈ, ਦੱਸਿਆ ਜਾ ਰਿਹਾ ਵੀ ਇਹ ਜਹਾਜ਼ ਗਰਾਊਂਡ ਦੀ ਜਗ੍ਹਾ ਹੈ, ਤੁਸੀਂ ਕਹਿ ਰਹੇ ਹੋ ਕਿ ਇਹ ਸਾਡੀ ਮਾਲਕੀ ਹੈ, ਇਹ ਮਸਲਾ ਹੈ ਕੀ ਹੈ? ਮਸਲਾ ਇਹ ਜੀ, ਪਹਿਲਾਂ ਅਸੀਂ ਇੱਕ ਜਾਇ ਗਰਾਊਂਡ ਦੀ ਜ਼ਮੀਨ ਵਾਹੁੰਦੇ ਸਨ, ਪਹਿਲਾਂ ਇਹ ਲੀਜ਼ ਤੇ ਦਿੱਤੀ ਸਰਕਾਰ ਨੇ ਆਪਾਂ ਨੂੰ। ਉਸ ਤੋਂ ਬਾਅਦ ਇਸ ਜ਼ਮੀਨ ਦਾ ਸਾਨੂੰ ਪਤਾ ਲੱਗਾ ਜੀ ਇਹ ਜ਼ਮੀਨ ਕਿਸੇ ਲਾਲੇ ਦੀ, ਟੇਕਚੰਦ ਦਿੱਲੀ ਦਾ ਲਾਲਾ ਸੀ। ਉਹਨਾਂ ਕੋਲ ਜੋ ਡੈਡੀ ਨਾਲ ਪਤਾ ਕੀਤਾ, ਇਹਨਾਂ ਪਤਾ ਲੱਗਾ, ਇਹਨਾਂ ਜਾ ਕੇ ਉਹਦੇ ਨਾਲ ਮਿਲੇ, ਉਹ ਉਹਨਾਂ ਨੇ ਦੱਸਿਆ ਤੁਹਾਡੀ ਜ਼ਮੀਨ ਹੈ। ਉਹ ਕਹਿੰਦੇ ਜੀ ਚਲੋ ਕਾਗਜ਼ ਪੱਤਰ ਵੇਖੇ ਜਦੋਂ, ਉਹ ਕਹਿੰਦੇ ਜ਼ਮੀਨ ਸਾਡੀ ਹੈਗੀ। ਉਹ ਕਹਿੰਦੇ ਸਾਨੂੰ ਨਹੀਂ ਚਲੋ ਪਤਾ, ਅਸੀਂ ਉਹਨੂੰ ਦੱਸਿਆ ਸਾਰਾ ਕਾਗਜ਼ ਪੱਤਰ ਜੋ ਵੀ 1932 ਤੱਕ ਰਿਕਾਰਡ ਕਢਾ ਕੇ ਉਹਨੂੰ ਦੱਸ ਦਿੱਤਾ। ਉਹਨਾਂ ਜੀ ਸਾਨੂੰ ਰਜਿਸਟਰੀ ਕਰਤੀ, ਉਹ ਇੱਥੇ ਆਏ ਨੇ, ਇੱਥੇ ਉਹਨਾਂ ਕੋਲ ਰਜਿਸਟਰੀ ਕਰਤੀ ਹੈ। ਇੱਥੇ ਰਜਿਸਟਰੀ ਕਰਕੇ ਇਸ ਤੋਂ ਬਾਅਦ ਪਟਵਾਰੀ ਜੋ ਸਾਡਾ ਕਾਗਜ਼ ਪੱਤਰ ਬਣਿਆ ਸਾਰਾ ਕਰ ਲਿਆ, ਗਰਦੌਰੀ ਕਰਵਾ ਲਈ, ਜੋ ਸਾਰਾ ਕਾਗਜ਼ ਪੱਤਰ ਪੂਰਾ ਕਰ। ਉਸ ਤੋਂ ਬਾਅਦ 2001 'ਚ ਜ਼ਮੀਨ ਛੁੱਟ ਗਈ, ਸਰਕਾਰ ਨੇ ਆਪਦੀ ਜ਼ਮੀਨ ਛੁਡਾ ਲਈ ਹੈ। ਸਰਕਾਰ ਨੇ ਸਾਨੂੰ ਇਹ ਕਹਿਤਾ ਹੈ ਕਿ ਜਿਹੜੀ 15 ਕਿੱਲੇ ਜ਼ਮੀਨ ਹੈ ਇਹ ਸਾਡੀ ਹੈ। ਅਸੀਂ ਸਰਕਾਰ ਨੂੰ ਆਖਿਆ ਕਿ ਰਜਿਸਟਰੀ ਸਾਡੇ ਕੋਲ ਹੈ, ਇਹਦਾ ਸਟੇ ਅਸੀਂ ਲਿਆ ਸੀ 2001 'ਚ, ਉਹ ਸਟੇ ਸਾਡੇ ਕੋਲ ਸੀ। ਸਟੇ ਸਰਕਾਰ ਨੇ ਸਾਡਾ ਸਟੇ ਨਹੀਂ ਮੰਨਿਆ। ਉਹ ਆਰਪੀ ਸਿੰਘ ਸੀ, ਏਅਰ ਫੋਰਸ ਦਾ ਅਫਸਰ, ਸ਼ਾਇਦ ਸੀਓ ਸੀ ਉਸ ਟਾਈਮ, ਉਹਨਾਂ ਸਟੇ ਸਾਡਾ ਨਹੀਂ ਮੰਨਿਆ। ਅਸੀਂ ਚੁੱਕ ਕੇ ਜੀ ਹਾਈ ਕੋਰਟ ਕੇਸ ਪਾ ਦਿੱਤਾ। ਜਦੋਂ ਕੇਸ ਪਾਇਆ ਉੱਥੇ ਸਾਨੂੰ ਜੀ 2 ਸਾਲਾਂ 'ਚ ਜ਼ਮੀਨ ਦਾ ਅਸੀਂ ਮਾਲਕ ਉੱਥੇ ਕਲੀਅਰ ਹੋ ਗਏ। ਉਹਨਾਂ ਕਿਹਾ ਕਿ ਤੁਹਾਡੀ ਜ਼ਮੀਨ ਹੈ, ਜਾਇਦਾਦ ਹੈ, ਤੁਸੀਂ ਆਪਦੀ ਇਹ ਜ਼ਮੀਨ ਦੇ ਮਾਲਕ ਜੋ। ਅਤੇ ਉਸ ਤੋਂ ਬਾਅਦ ਉਹਨਾਂ ਆਖਿਆ 3 ਮਹੀਨਿਆਂ 'ਚ ਤੁਹਾਨੂੰ ਆਪਣਾ ਸੈਸ਼ਨ ਕੋਡ ਫਿਰੋਜ਼ਪੁਰ, ਇਹ ਤੁਹਾਨੂੰ 3 ਮਹੀਨਿਆਂ 'ਚ ਕਬਜ਼ਾ ਦੇਗਾ ਜ਼ਮੀਨ ਦਾ। ਇਹ ਇੱਥੇ ਜੀ ਸਾਨੂੰ 20 ਸਾਲ ਹੋ ਗਏ। ਅਸੀਂ ਜੋ ਬੱਚੇ ਹਾਂ, ਸਾਡੇ ਪਿਓ ਬੁੱਢੇ ਹੋ ਗਏ ਨੇ, ਇੱਥੇ 20 ਸਾਲਾਂ 'ਚ ਰੁਲ ਗਏ ਨੇ। ਉਹ 20 ਸਾਲੇ ਸਾਨੂੰ ਹੱਕ ਨਹੀਂ ਮਿਲਿਆ। ਹੁਣ ਕੋਈ ਨਿਸ਼ਾਨ ਸਿੰਘ ਜੀ ਹੈਗਾ ਮੱਲਵਾਲ ਦਾ, ਉਹਨੇ ਕਹਿੰਦੇ ਤੁਹਾਡੇ ਰਜਿਸਟਰੀਆਂ ਗਲਤ ਨੇ। ਜਦੋਂ ਹਾਈ ਕੋਰਟ ਨੇ ਕਰਤਾ, ਉਸ ਨਿਸ਼ਾਨ ਸਿੰਘ ਦਾ ਕੀ ਲੈਣਾ ਦੇਣਾ ਤੁਹਾਡੀ ਜ਼ਮੀਨ? ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ, ਉਹ ਤਾਂ ਬਸ ਐਵੇਂ ਹੀ ਹੈ। ਨਹੀਂ, ਐਵੇਂ ਦਾ ਮਤਲਬ ਵੀ ਜਾਂ ਤਾਂ ਉਹਦੀ ਜ਼ਮੀਨ 'ਚ ਕੋਈ ਉਹਦਾ ਕੋਈ ਹਿੱਸਾ ਹੋਊਗਾ ਨਾ ਜੀ, ਨਾ ਜੀ। ਤੇ ਫਿਰ ਉਹ ਜਿਹੜੀ ਉਹ ਕਿਸ ਚੀਜ਼ ਦੀ ਲੜਾਈ, ਉਹ ਬੰਦਾ ਕਿਸ ਚੀਜ਼ ਦੀ ਲੜਾਈ ਲੜ ਰਿਹਾ? ਸਰ ਸਾਨੂੰ ਤਾਂ ਆਪ ਨਹੀਂ ਇਸ ਚੀਜ਼ ਦਾ ਪਤਾ ਲੱਗਦਾ ਪਿਆ ਕਿ ਉਹ ਕਿਸ ਚੀਜ਼ ਦੀ ਲੜਾਈ ਲੜਦਾ ਪਿਆ। ਨਾ ਸਾਡੇ ਨਾਲ ਬੋਲ ਚਾਲ, ਨਾ ਸਾਨੂੰ ਕੋਈ ਜਾਣੇ ਪਛਾਣੇ, ਨਾ ਸਾਡੇ ਨਾਲ ਕੁਝ ਨਹੀਂ ਹੁੰਦਾ ਹੈਗਾ। ਉਹ ਸਾਨੂੰ ਤਾਂ ਇਹ ਕਿ ਉਹ ਸਾਡੇ ਨਾਲ ਕਿਸ ਚੀਜ਼ ਦੇ ਖੁੰਦਕ ਕੱਢਦਾ ਪਿਆ। ਇੱਕ ਮੁਖਤਿਆਰਨਾਮਾ ਜਿਹੜਾ ਇਹਦੇ ਤੇ ਹੋਇਆ ਸੀ, ਹਾਂਜੀ ਹਾਂਜੀ, ਜਿਹੜਾ ਬੰਦਾ ਦੀ ਡੈਥ ਹੋ ਗਈ ਸੀ ਹਾਂਜੀ 91 ਵਿੱਚ, ਹਾਂਜੀ, ਉਹ ਬੰਦੇ ਦਾ ਮੁਖਤਿਆਰਨਾਮਾ ਜਿਹੜਾ ਸੀਗਾ, ਉਸ ਮੁਖਤਿਆਰਨਾਮੇ ਤੋਂ ਬਾਅਦ ਚੋਂ ਤੁਹਾਡੀ ਰਜਿਸਟਰੀ ਤੁਸੀਂ ਕਿਹੜੇ ਸੰਨ 'ਚ ਕਰਾਈ? ਇਹ 1997 'ਚ ਰਜਿਸਟਰੀ ਕਰਾਈ ਹੈ। ਤੇ ਉਹ ਬੰਦਾ ਤਾਂ 91 'ਚ ਨਹੀਂ ਜੀ, ਮਰ ਨਹੀਂ, ਗਿਆ। ਮੈਂ 91 'ਚ ਮਰੇ ਨੂੰ ਪਾਕਿਸਤਾਨ ਚਲਾ ਗਿਆ ਸੀ। ਤੇ ਪਾਕਿਸਤਾਨ ਚਲਾ ਕੇ ਉਹ ਵਾਪਸ ਨਹੀਂ ਆਇਆ? ਨਹੀਂ, ਵਾਪਸ ਨਹੀਂ ਆਇਆ। ਤਾਂ ਉਹਦਾ ਕੁਝ ਪਤਾ ਵੀ ਉਹ ਜਿੰਦਾ ਹੈ ਜਾਂ ਮਰਿਆ ਕੁਝ? ਉਹ ਨਹੀਂ, ਉਹਦਾ ਨਹੀਂ ਪਤਾ। ਤੇ ਫਿਰ ਕਿਸ ਆਧਾਰ ਦੇ ਉੱਪਰ ਇਹ ਗੱਲ ਮੰਨ ਲਿੱਤੀ ਗਈ ਕਿ 97 ਜੋ ਕਹਿ ਰਹੇ ਕਿ ਇਹ ਬੰਦਾ ਜਿਹੜਾ ਉਹ ਮਰ ਚੁੱਕਾ? ਕਿਵੇਂ? ਹਾਂ, ਇਹ ਇਹਨਾਂ ਨੂੰ ਪੁੱਛੋ, ਇਹ ਤਾਂ ਦੱਸਣਾ। ਇਹਨਾਂ ਕੋਈ ਮੁਖਤਿਆਰਨਾਮਾ ਉਸ਼ਾ ਰਾਣੀ ਉਹਦੀ ਵਾਈਫ ਨੂੰ ਦੇ ਕੇ ਚਲਾ ਗਿਆ ਜੀ। ਉਹ ਤਾਂ ਚਲਾ ਗਿਆ ਜੀ, ਉਹ ਤਾਂ ਭਰਜਾਈ ਨੂੰ ਦੇ ਕੇ ਚਲਾ ਗਿਆ ਉਸ਼ਾ ਰਾਣੀ, ਉਹ ਤਾਂ ਚਲਾ ਪਾਕਿਸਤਾਨ। ਇਹਨਾਂ ਕੋਈ ਹੈਗਾ ਕੋਈ ਪ੍ਰੂਫ?
ਕਿ 1997 ਚ ਮਰਿਆ। ਸਰਕਾਰ ਵੱਲੋਂ ਤਾਂ ਇੱਕ ਆਹ ਗੱਲ ਆਂਦੀ ਹੈ ਨਾ, ਜੇ ਕਾਨੂੰਨ ਦੀ ਗੱਲ ਕੀਤੀ ਜਾਵੇ ਕਿ ਮੁਖਤਿਆਰਨਾਮਾ ਜਿੰਦੇ ਨਾਮ ਤੇ ਹੋਵੇ, ਜਦੋਂ ਬੰਦਾ ਮਰ ਗਿਆ ਮੁਖਤਿਆਰਨਾਮਾ ਕਰਕੇ ਤੇ ਉਸ ਤੋਂ ਬਾਅਦ ਤਾਂ ਉਹ ਜਿਹੜੀ ਰਜਿਸਟਰੀ ਹੋ ਨਹੀਂ ਸਕਦੀ। ਫਿਰ ਇਹਦੀ ਜਿਹੜੀ ਰਜਿਸਟਰੀ ਹੈ ਉਹ ਕਿਸ ਆਧਾਰ ਤੇ ਕੀਤੀ ਗਈ, ਮੈਂ ਪੁੱਛ ਰਿਹਾ। ਨਹੀਂ ਜੀ, ਉਹ ਜੀ ਮੁਖਤਿਆਰਨਾਮਾ ਦਿੱਤਾ ਹੀ ਉਹਨਾਂ ਆਪਣੀ ਭਰਜਾਈ ਨੂੰ ਦੇ ਕੇ ਚਲਾ ਗਿਆ ਪਾਕਿਸਤਾਨ। ਤੇ ਉਹਨਾਂ ਨੂੰ ਪਤਾ ਉਹ ਆਇਆ ਕਿ ਨਹੀਂ ਆਇਆ, ਮਰਿਆ ਕਿ ਨਹੀਂ ਮਰਿਆ, ਇਹ ਤਾਂ ਸਾਨੂੰ ਤਾਂ ਨਹੀਂ ਪਤਾ ਉਹਦਾ। ਉਹਦੇ ਕੋਲ ਆਮ ਮੁਖਤਿਆਰਨਾਮਾ ਸੀਗਾ, ਉਹ ਆਮ ਮੁਖਤਿਆਰਨਾਮੇ ਤੇ ਇਹ ਨਹੀਂ ਵੀ ਕੱਲੀ ਇਹੋ ਹੀ ਵੇਚੀ ਉਹਨਾਂ ਨੇ, ਬਹੁਤ ਪ੍ਰਾਪਰਟੀ 84 ਕਿੱਲਾ ਦੇ ਮਾਲਕ ਸੀ ਉਹ। ਅੱਛਾ, ਮੇਰੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਹੱਲੇ ਉਹ ਬੰਦੇ ਦਾ ਪਤਾ ਹੀ ਨਹੀਂ ਹੈ ਨਹੀਂ ਕਿ ਉਹ ਪਤਾ। ਮਰਿਆ ਜਾਂ ਨਹੀਂ ਮਰਿਆ। ਇਹ ਨਹੀਂ ਪਤਾ, ਉਹਨਾਂ ਨੂੰ ਪਤਾ ਉਹ ਪਰਿਵਾਰ ਨੂੰ, ਸਾਨੂੰ ਕੋਈ ਪਤਾ ਨਹੀਂ। ਅਸੀਂ ਤਾਂ ਉਹਨਾਂ ਤੋਂ ਲਈ ਆ, ਉਹਦੇ ਮੁਖਤਿਆਰਨਾਮੇ ਦੇ ਸਾਨੂੰ ਦੇ। ਤੇ ਪਰਿਵਾਰ ਦੇ ਜਿਹੜੇ ਉਹਦੇ ਮੁੰਡੇ ਆ, ਉਹਨਾਂ ਦਾ ਕਹਿਣਾ ਹੈ ਕਿ ਉਹ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੋਈ ਹੈ। ਨਹੀਂ, ਉਹ ਨਹੀਂ ਕਹਿੰਦਾ। ਇਹ ਉਹਦਾ ਇੱਕ ਜਨਾਨੀ ਰੱਖੀ ਸੀ ਉਹਨੇ ਪਹਿਲਾਂ ਇੱਧਰ, ਉਹ ਦਿੱਲੀ ਰਹਿੰਦੀ ਹੈ। ਉਹ ਜਿਹੜਾ ਸਰਵਣ ਕੁਈਆ ਨਾ ਉਧਰਲਾ ਹਾਜਰਾ ਏਰੀਆ, ਉਹ ਜਨਾਨੀ ਨੂੰ ਲਿਖ ਕੇ ਦੇ ਗਿਆ ਸੀ ਵੀ ਇਸ ਦੀ ਮਾਲਕ ਤੂੰ ਆ ਤੇ ਇੱਧਰ ਦਾ ਤੇਰਾ ਕੋਈ ਇਹਦੇ ਚ ਨਹੀਂ ਲਿੰਕ। ਇਹ ਮੈਂ ਆਪਦੀ ਭਰਜਾਈ ਨੂੰ ਦੂਜੀ ਗੱਲ ਜੀ, ਹੁਣ ਇੱਕ ਮੈਂ ਆਪਾਂ ਚਲੋ ਆਪਾਂ ਕਹਿੰਦੇ ਜ਼ਮੀਨ ਤੁਹਾਨੂੰ ਸਾਨੂੰ 22-23 ਸਾਲ ਹੋ ਗਏ ਨੇ, ਸਾਨੂੰ ਤਾਂ ਹੱਕ ਹੀ ਨਹੀਂ ਮਿਲਦਾ ਪਿਆ। ਸਾਨੂੰ ਕਬਜ਼ਾ ਦਿੱਤਾ ਜਾਵੇ। ਅਸੀਂ ਸਾਰੀ ਉਮਰ ਫਿਲਹਾਲ ਕਬਜ਼ਾ ਕਿਹਦੇ ਕੋਲੇ ਆ? ਇਸ ਟਾਈਮ ਸਰਕਾਰ ਦੇ ਕੋਲ ਜੀ। ਅਸੀਂ ਕਿੰਨੇ ਟਾਈਮ ਤੋਂ? 23 ਸਾਲ ਹੋ ਗਏ ਜੀ, 23 ਸਾਲ ਹੋ ਗਏ, 2023 ਸਾਲ 23 ਸਾਲ ਪੂਰੇ। ਤੁਸੀਂ ਹੁਣ ਵਾਹੁੰਦੇ ਹੋ ਜ਼ਮੀਨ? ਨਹੀਂ ਜੀ, ਨਹੀਂ, ਸਰਕਾਰ ਬਹੁਤੀ ਵੀ ਅਸੀਂ ਤਾਂ ਟਾਈਮ ਪਾਸ ਕਿਵੇਂ ਕਰਦੇ ਪਏ। ਇਹ ਜਹਾਜ਼ ਗਰਾਊਂਡ ਤਾਂ ਉਦੋਂ ਹੁੰਦਾ ਨਾ ਜਦੋਂ ਇੱਥੇ ਜੰਗੀ ਜਹਾਜ਼ ਹਾਂਜੀ ਤੇ ਉਹ ਉਦੋਂ ਦਾ ਹੀ ਕਬਜ਼ਾ ਉਹਨਾਂ ਨਹੀਂ ਜੀ, ਨਹੀਂ, ਪਹਿਲਾਂ ਇਹ ਸਰਕਾਰ ਨੇ ਆਪਾਂ ਨੂੰ ਜਦੋਂ ਇੰਦਰਾ ਗਾਂਧੀ ਦੇ ਹੈਗਾ ਸੀ ਨਾ ਕਿਸਾਨ ਜਵਾਨ ਜੈ ਕਿਸਾਨ, ਉਹਦਾ ਆਪਣੀ ਜ਼ਮੀਨਾਂ ਦਿੱਤੀ ਸੀ ਇਹਨਾਂ ਸਰਕਾਰ ਨੇ ਆਪਣੀ। ਤੁਸੀਂ ਵਾਹੁੰਦੇ ਰਹੇ ਹੋ? ਇਹ ਆਪਾਂ ਬਹੁਤ ਰਹੇ ਸੀ ਜ਼ਮੀਨ, ਇਹ ਸਾਰੀ ਕਿੰਨੇ ਸਾਲ ਬਾਅਦ ਤੁਸੀਂ? 30 ਸਾਲ ਬਹੁਤ ਰਹੇ, 25-26 ਸਾਲ ਬਹੁਤ ਰਹੇ। ਅੱਜ ਤੁਹਾਨੂੰ ਵਿਜੀਲੈਂਸ ਦਫ਼ਤਰ ਬੁਲਾਇਆ ਗਿਆ, ਕਾਰਨ ਕੀ ਹੈ? ਇਹੋ ਹੀ ਕਹਿੰਦੇ ਭਈ ਤੁਹਾਡੇ ਮਗੇ ਨਿਸ਼ਾਨ ਸਿੰਘ ਨੇ ਜਿਹੜੀ ਦਰਖਾਸਤ ਦਿੱਤੀ, ਇਹ ਉਹਦੇ ਵਾਸਤੇ ਸਾਨੂੰ ਬੁਲਾਇਆ। ਹੁਣ ਵੇਖੋ ਕੀ ਸਾਡੇ ਨਾਲ ਗੱਲਬਾਤ ਹੁੰਦੀ ਹੈ। ਗੱਲਬਾਤ ਹੋਈ ਤੁਹਾਡੇ ਨਾਲ ਗੱਲ ਕੀਤੀ ਹੈ ਹੁਣ ਦਫ਼ਤਰ? ਹਜੇ ਤੱਕ ਨਹੀਂ, ਹਜੇ ਤੱਕ ਸਾਨੂੰ ਸੱਦਿਆ, ਅਸੀਂ ਬਾਹਰ ਬੈਠੇ ਹਾਂ। ਜਿਸ ਤਰ੍ਹਾਂ ਨਿਸ਼ਾਨ ਸਿੰਘ ਕੋਲ ਰਿਕਾਰਡ ਹੈਗੇ ਨੇ ਪਿਛਲੇ ਇਸ ਜ਼ਮੀਨਾਂ ਦੇ, ਹਾਂਜੀ, ਤੁਹਾਡੇ ਕੋਲ ਵੀ ਪੂਰੇ ਰਿਕਾਰਡ? ਬਿਲਕੁਲ ਸਾਡੇ ਕੋਲ ਇੰਤਕਾਲ ਰਜਿਸਟਰੀ ਆ, ਸਭ ਕੁਝ ਸਾਡੇ ਨਾਲ ਹੈ। ਬਿਲਕੁਲ ਸਹੀ ਜ਼ਮੀਨ ਹੈ, ਬਿਲਕੁਲ ਸਹੀ ਜ਼ਮੀਨ ਹੈ, ਸਾਡੀ ਜ਼ਮੀਨ ਗਲਤ ਨਹੀਂ ਹੈ। ਨਿਸ਼ਾਨ ਸਿੰਘ ਤੁਹਾਡੇ ਖਿਲਾਫ ਤਾਂ ਬੋਲ ਹੀ ਨਹੀਂ ਰਿਹਾ, ਨਾ ਉਹਨੇ ਇੰਟਰਵਿਊ 'ਚ ਬੋਲਿਆ, ਨਾ ਕਦੇ ਉਹਨੇ ਤੁਹਾਡਾ ਜ਼ਿਕਰ ਕੀਤਾ। ਫਿਰ ਤੁਸੀਂ ਉਹਨੂੰ ਕਾਹਤੋਂ ਆ ਕੇ ਕਹਿੰਦੇ ਹੋ? ਉਹਦੇ ਚੱਲਦੀ ਇੰਟਰਵਿਊ 'ਚ ਤੁਸੀਂ ਉਹਦੇ ਗੱਲ ਕਾਹਤੋਂ ਪੈਂਦੇ ਹੋ ਆ ਕੇ? ਸਰ ਮੇਰੇ ਜ਼ਮੀਨ ਸਾਡੀ ਹੈ, ਜੇ ਮਤਲਬ ਜ਼ਮੀਨ ਤਾਂ ਸਾਡੇ ਕੋਈ ਦਿੱਕਤ ਆਉਂਦੀ ਹੈ, ਜ਼ਮੀਨ ਤਾਂ ਸਾਡੀ ਦਿੱਕਤ ਆਉਂਦੀ ਨਾ, ਜੇ ਕੋਈ ਕਿਸੇ ਨਾਲ ਪ੍ਰੋਬਲਮ ਉਹਨੂੰ ਉਹਦੇ ਕਹਿੰਦੇ ਸਰਕਾਰ ਦੀ ਜ਼ਮੀਨ ਹੈ। ਨਹੀਂ ਜੀ, ਨਹੀਂ, ਜ਼ਮੀਨ ਸਾਡੀ ਹੈ। ਜ਼ਮੀਨ 15 ਕਿੱਲੇ ਕਬਜ਼ਾ ਉਹਨਾਂ ਕੋਲ, ਜ਼ਮੀਨ ਸਾਡੀ ਹੈ। ਜ਼ਮੀਨ ਤਾਂ ਜਿਹੜਾ ਨਿਸ਼ਾਨ ਸਿੰਘ ਨੇ ਤੁਹਾਡਾ ਨਾਂ ਲਿਖ ਕੇ ਪਾਇਆ ਕੰਪਲੇਂਟ? ਸਰ ਮੇਰੀ ਸੁਣੋ ਗੱਲ, ਜਦੋਂ ਸਾਡੀ ਜ਼ਮੀਨ ਤੇ ਕੋਈ ਆਉਂਦਾ ਪਿਆ, ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਆਉਂਦੀ, ਉਹਨੂੰ ਉਹ ਕਿਉਂ ਸਾਡੀ ਜ਼ਮੀਨ ਤੇ ਕੋਈ ਇੰਟਰਫੇਅਰ ਕਰਦਾ ਪਿਆ? ਨਹੀਂ ਇੱਕ ਇੰਟਰਫੇਅਰ ਕਿਉਂ ਕਰਦਾ ਪਿਆ? ਜਦੋਂ ਵੀਰੇ ਹੁਣ ਤੇਰਾ ਕੋਈ ਘਰ ਦਾ ਪ੍ਰੋਬਲਮ ਹੈ, ਉਹ ਇੰਟਰਫੇਅਰ ਕਿਉਂ ਕਰੇ ਕੋਈ ਬੰਦਾ? ਮੈਂ ਤਾਂ ਨਹੀਂ ਤੇਰੇ ਘਰੇ ਇੰਟਰਫੇਅਰ ਕਰ ਸਕਦਾ, ਮੇਰਾ ਮਤਲਬ ਨਹੀਂ ਹੈਗਾ ਤੂੰ ਆਪਦੇ ਘਰੇ ਜੋ ਮਰਜ਼ੀ। ਉਹ ਤਾਂ ਡੀਸੀ ਔਰ ਪ੍ਰਸ਼ਾਸਨ ਤੇ ਇਲਜ਼ਾਮ ਲਾ ਰਿਹਾ ਵੀ ਉਹਨਾਂ ਨੇ ਦਬਾਈ ਆ, ਉਹਨਾਂ ਨੇ ਨਪਾਈ ਆ, ਕਿਉਂਕਿ ਉਹ ਕਹਿੰਦਾ ਵੀ ਡੀਸੀ ਲਿਖ ਕੇ ਦੇ ਰਿਹਾ ਵੀ ਕਬਜ਼ਾ ਜਿਹੜਾ ਹੈਗਾ ਉਹਨਾਂ ਕੋਲੇ ਆ, ਆਰਮੀ ਵਾਲੇ ਕੋਲੇ ਆ, ਪਰ ਜਿਹੜੀ ਉਹਦੇ ਤੇ ਇਸ ਟਾਈਮ ਜ਼ਮੀਨ ਤੇ ਆ ਉਹ ਪਾਰਟੀ ਬੈਠੀ ਹੋਈ ਆ। ਇਹ ਗੱਲ ਉਹ ਕਹਿ ਰਿਹਾ ਨਿਸ਼ਾਨ। ਨਹੀਂ, ਪਾਰਟੀ ਨਹੀਂ, ਅਸੀਂ ਨਹੀਂ ਬੈਠੇ, ਇਹ ਸਰਕਾਰ ਬੈਠੀ ਹੈ। ਪਾਰਟੀ ਤਾਂ ਅਸੀਂ ਅਸੀਂ ਨਹੀਂ ਬੈਠੇ, ਸਾਡੇ ਕੋਲ ਕਬਜ਼ਾ ਨਹੀਂ ਹੈਗਾ, ਇਹ ਸਰਕਾਰ ਕੋਲ ਕਬਜ਼ਾ ਹੈ। ਸਰਕਾਰ ਸਾਨੂੰ ਕਬਜ਼ਾ ਨਹੀਂ ਦਿੰਦੀ ਵੀ। ਪਰ ਇੱਕ ਗੱਲ ਹੈ ਨਾ, ਤੁਹਾਡਾ ਕੇਸ ਚੱਲਦਾ ਪਿਆ, ਹਾਂਜੀ, ਕਬਜ਼ਾ ਸਰਕਾਰ ਕੋਲ ਹੈ, ਤੁਸੀਂ ਲੜਾਈ ਲੜ ਰਹੇ ਹੋ, ਹਾਂਜੀ, ਇਹਦੇ ਵਿੱਚ ਕਿਤੇ ਵੀ ਇਸ ਕੰਪਲੇਂਟ ਦੇ ਵਿੱਚ ਨਿਸ਼ਾਨ ਸਿੰਘ ਵੱਲੋਂ ਜਿਹੜੀ ਕੰਪਲੇਂਟ ਦਿੱਤੀ ਗਈ ਹੈ, ਤੁਹਾਡਾ ਜ਼ਿਕਰ ਨਹੀਂ ਪਾਇਆ। ਸਰ ਮੈਂ ਨਹੀਂ ਸਰ, ਇੱਕ ਮਿੰਟ, ਉਹਨਾਂ ਨੇ ਜ਼ਿਕਰ ਨਹੀਂ ਪਾਇਆ, ਤੁਹਾਡਾ ਕੋਈ ਜ਼ਿਕਰ ਨਹੀਂ, ਤੁਹਾਡਾ ਕਿਤੇ ਨਾਮ ਨਹੀਂ ਲਿੱਤਾ, ਇਸ ਕਰਕੇ ਤੁਹਾਡੀ ਤਾਂ ਨਿਸ਼ਾਨ ਸਿੰਘ ਨਾਲ ਕੋਈ ਲੜਾਈ ਨਹੀਂ ਹੈ। ਸਰ ਮੈਂ ਇੱਕ ਮਿੰਟ, ਸਰ ਪ੍ਰੋਬਲਮ ਇਹ ਆ ਕਿ ਸਾਡੀ ਜ਼ਮੀਨ ਤੇ ਕਰਦਾ ਪਿਆ ਨਾ, ਪ੍ਰੋਬਲਮ ਤਾਂ ਜ਼ਮੀਨ ਤੇ ਲਾਉਂਦਾ ਪਿਆ। ਭਾਜੀ ਉਹ ਤਾਂ ਪ੍ਰਸ਼ਾਸਨ ਦੇ ਖਿਲਾਫ ਚੱਲ ਰਿਹਾ ਨਾ। ਸਰ ਮੈਂ ਪ੍ਰਸ਼ਾਸਨ ਉਹ ਕਹਿੰਦਾ, ਉਹ ਸਾਬਤ ਕਰ ਰਿਹਾ ਵੀ ਇੱਕ ਬੰਦਾ ਮਰ ਗਿਆ ਸੀ, ਮਰਨ ਤੋਂ ਬਾਅਦ 97 ਦੇ ਵਿੱਚ ਕਹਿੰਦਾ ਫਿਰ ਚੜੀਆਂ ਨੇ, ਉਹ ਗੱਲ ਹੀ ਸਾਬਤ ਕਰ ਰਿਹਾ। ਉਹ ਕਹਿੰਦਾ ਮੇਰੇ ਕੋਲ ਸਬੂਤ ਨੇ, ਉਹਨੇ ਸਬੂਤ ਦਿੱਤੇ ਵਿਜੀਲੈਂਸ ਨੂੰ। ਨਹੀਂ, ਕੋਈ ਸਬੂਤ ਨਹੀਂ ਹੈਗਾ ਅੱਜ ਤੱਕ। ਇੱਕ ਮਿੰਟ ਸੁਣੋ ਸਰ ਮੇਰੀ ਗੱਲ, ਅੱਜ ਤੱਕ ਨਾ ਕੋਈ ਫੌਜ ਕੋਲ ਰਿਕਾਰਡ ਹੈਗਾ, ਕਿਸੇ ਕੋਲ ਰਿਕਾਰਡ ਨਹੀਂ ਹੈਗਾ। 1932 ਤੋਂ ਵੇਖ ਲਓ, ਜੇ ਤੁਹਾਨੂੰ ਕੋਈ ਹੋਏ ਤੁਸੀਂ ਕਢਾ ਸਕਦੇ ਹੋ। 1932 ਤੋਂ ਲੈ ਕੇ ਉਹ ਮਾਲਕ ਸੀ, ਉਸ ਤੋਂ ਬਾਅਦ ਅਸੀਂ ਬਣ ਗਿਆ, ਕਿਸੇ ਕੋਲ ਕੋਈ ਸਬੂਤ ਨਹੀਂ ਹੈਗਾ। ਅੱਜ ਤੱਕ ਫੌਜ ਕੋਲ ਇੰਨਾ ਟੁਕੜਾ ਵੀ ਨਹੀਂ ਲੱਭਾ। ਬਿਲਕੁਲ। ਫਿਰ ਤੁਸੀਂ ਟੈਨਸ਼ਨ ਕਿਉਂ ਲੈਂਦੇ ਹੋ? ਫਿਰ ਇਨਕੁਆਇਰੀ ਜਿਹੜੀ ਹੋਊਗੀ ਸਹੀ ਹੋ ਜੇ, ਤੁਹਾਡੇ ਆ ਕੇ ਜੇ ਫਿਰ ਤੁਹਾਨੂੰ ਤਾਂ ਲੜਨ ਦੀ ਲੋੜ ਹੀ ਨਹੀਂ। ਅਸੀਂ ਟੈਨਸ਼ਨ ਨਹੀਂ ਲੈਂਦੇ ਵੀਰੇ, ਅਸੀਂ ਇਹ ਗੱਲ ਕਹਿੰਦੇ ਆ ਕਿ ਯਾਰ ਸਾਨੂੰ ਜਦੋਂ ਸਾਡੀ ਕੋਰਟ ਦਾ ਸਾਡਾ ਚੱਲਦਾ ਪਿਆ, ਤੂੰ ਸਾਡੀ ਜ਼ਮੀਨ 'ਚ ਕਿਉਂ ਇੰਟਰਫੇਅਰ ਕਰਦਾ ਪਿਆ?
ਸਾਡਾ ਸਾਂਝੀ ਲੜਾਈ ਕਹਿੰਦਾ ਮੈਂ ਲੜ ਰਿਹਾ, ਉਹ ਕਹਿੰਦਾ ਮੈਂ ਸਰਕਾਰ ਦੇ ਹੱਕ 'ਚ ਲੜ ਰਿਹਾ, ਉਹ ਕਹਿੰਦਾ ਮੈਂ ਸਰਕਾਰ ਦੇ ਹੱਕ 'ਚ ਲੜ ਰਿਹਾ। ਵੇਖੋ ਰਾਈਟ ਹੁੰਦਾ ਹਰੇਕ ਬੰਦੇ ਦਾ, ਹੈ ਨਾ, ਕਿਤੇ ਵੀ ਲੜਾਈ ਲੜ ਸਕਦਾ। ਪਹਿਲਾਂ ਮੇਰੇ ਵੀਰੇ ਮੇਰੇ ਗੱਲ ਸੁਣ ਮੇਰੇ ਇੱਕ ਮਿੰਟ ਵੀਰੇ ਇੱਕ ਮਿੰਟ, ਜਦੋਂ ਵੀਰ ਜੀ ਮੇਰੇ ਕੋਲ ਹੁਣ ਸਾਡੀ ਜਾਇਦਾਦ ਕਰੋੜ ਮਗੀ ਲੱਖ ਦੀ ਭਾਵੇਂ ਕਰੋੜ ਦੀ ਹੈ, ਸਾਡੀ ਤਾਂ ਜਾਇਦਾਦ ਫਸੀ ਵੀ, ਅਸੀਂ ਤਾਂ ਪੈਸਾ ਲਾ ਦਿਹਾੜੀ ਦਾ ਕਰਕੇ ਆ ਟਾਈਮ ਪਾਸ ਕਰਕੇ ਅਸੀਂ ਤਾਂ ਪਤਾ ਕਿਵੇਂ ਜ਼ਮੀਨ ਤੇ ਪੈਸਾ ਲਾਉਣੇ ਪਏ, ਉਹ ਆਣ ਕੇ ਫੇਰ ਇੰਟਰਫੇਅਰ ਕਰੇ ਤੇ ਸਾਨੂੰ ਤਾਂ ਯਾਰ ਗੁੱਸਾ ਇਸ ਚੀਜ਼ ਦਾ ਆਉਣਾ ਹੀ ਹੋਣਾ। ਕੋਈ ਲੈਣ ਨਹੀਂ, ਉਹ ਇੰਟਰਫੇਅਰ ਤੁਸੀਂ ਕਹਿੰਦੇ ਕਰ ਰਿਹਾ, ਵਿਜੀਲੈਂਸ ਨੇ ਉਹਨੂੰ ਸੱਦਿਆ, ਉਹਨੂੰ ਤਲਬ ਕੀਤਾ, ਇੱਥੇ ਆਏ ਆ। ਕਿਸ ਕਰਕੇ ਜੇ ਉਹਨੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਫੇਰ ਹੀ ਉਹਨੇ ਵਿਜੀਲੈਂਸ ਕੋਲ ਆ ਜਾਣਾ, ਤੇ ਉਹਨੂੰ ਲੋੜ ਕੀ ਸੀ ਸਾਡੇ ਜਾਇਦਾਦ। ਫਿਰ ਤਾਂ ਤੁਹਾਨੂੰ ਡਰ ਹੋਣਾ ਨਹੀਂ ਚਾਹੀਦਾ। ਨਹੀਂ ਸਾਨੂੰ ਡਰ ਨਹੀਂ ਬਿਲਕੁਲ, ਨਹੀਂ ਸਾਨੂੰ ਬਿਲਕੁਲ ਡਰ ਨਹੀਂ। ਜੇ ਤੁਹਾਡੀ ਰਜਿਸਟਰੀ ਤੁਹਾਡੇ ਕੋਲ ਹੈ, ਜ਼ਮੀਨ ਤੁਹਾਡੀ ਹੈ, ਉਹ ਸਰਕਾਰ ਜਾਂ ਡਿਪਾਰਟਮੈਂਟ ਜਦੋਂ ਵੀ ਤੁਹਾਡੀ ਇਨਕੁਆਇਰੀ ਹੋਏਗੀ, ਉਹ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ। ਫਿਰ ਤੁਹਾਨੂੰ ਕਿਸ ਚੀਜ਼ ਦਾ ਡਰ? ਸਰ ਮੈਂ ਇਹ ਕਹਿੰਦਾ ਸਗੋਂ ਤੁਹਾਡੇ ਮਾਧਿਅਮ ਨਾਲ ਸਾਨੂੰ ਸਗੋਂ ਜ਼ਮੀਨ ਦਾ ਕਬਜ਼ਾ ਦਵਾ ਦਿਓ। ਅਸੀਂ ਤੁਹਾਨੂੰ ਚੱਲਦੀ ਇੰਟਰਵਿਊ ਜਦੋਂ ਤੁਸੀਂ ਬੋਲੇ ਹੋ, ਅਸੀਂ ਤੁਹਾਨੂੰ ਉਦੋਂ ਵੀ ਕਿਹਾ ਕਿ ਤੁਸੀਂ ਜੋ ਬੋਲਣਾ ਤੁਸੀਂ ਕੈਮਰੇ ਦੇ ਸਾਹਮਣੇ ਵੀਰੇ ਤੁਸੀਂ ਆਪਣਾ ਪੱਖ ਰੱਖੋ। ਸਗੋਂ ਅਸੀਂ ਤਾਂ ਤੁਹਾਡੇ ਮਾਧਿਅਮ ਨਾਲ ਅਸੀਂ ਕਹਿੰਦੇ ਸਾਨੂੰ ਜ਼ਮੀਨ ਦਾ ਸਾਡਾ ਕਬਜ਼ਾ ਦਿੱਤਾ ਜਾਵੇ, ਅਸੀਂ ਤਾਂ ਰੁਲੇ ਪਏ ਸਾਰੀ ਉਮਰ ਸਾਡੀ ਲੰਘ ਗਈ। ਸਾਨੂੰ ਇਹ ਕਹਿੰਦੇ ਸਗੋਂ ਸਾਡੀ ਖਬਰ ਲੱਗੇ ਕਿ ਸਾਨੂੰ ਜਾਇਦਾਦ ਦਿੱਤੀ ਹੈ, ਕਿਉਂ ਨਹੀਂ ਦਿੱਤੀ ਜਾਂਦੀ, ਕਿਉਂ ਸਾਡੇ ਧੱਕਾ ਕੀਤਾ ਜਾਂਦਾ ਪਿਆ। ਇੱਕ ਵੀਰੇ ਕੋਈ ਵੀ ਕਾਨੂੰਨ ਅਕਸਰ 2-4 ਸਾਲ ਵਾਸਤੇ ਹੁੰਦਾ, ਹੁਣ 23 ਸਾਲ ਸਾਨੂੰ ਹੋ ਗਏ ਰੋਲਦਿਆਂ। ਕੋਈ ਯਾਰ ਸਬਰ ਹੁੰਦਾ ਹੈ, ਸਾਡਾ ਸਬਰ ਹੀ ਟੁੱਟ ਗਿਆ। ਕਿੰਨੇ ਸਾਲਾਂ ਤੋਂ ਤੁਸੀਂ 23 ਸਾਲ ਹੋ ਗਏ ਤੁਹਾਨੂੰ? ਹਾਂਜੀ। ਅੱਜ ਤੱਕ ਤੁਸੀਂ ਕਿਉਂ ਨਹੀਂ ਕੈਮਰੇ ਸਾਹਮਣੇ ਆਏ? ਸਰ ਅਸੀਂ ਡਰਦੇ ਹੀ ਆਉਣੇ ਆ, ਅਸੀਂ ਇੱਕ ਮਾਤੜ ਬੰਦੇ ਆ, ਜ਼ਿਮੀਦਾਰ ਬੰਦੇ ਆ, ਟਾਈਮ ਪਾਸ ਕਰਨ ਵਾਲੇ ਬੰਦੇ ਆ, ਅਸੀਂ ਕੀ ਕੈਮਰੇ ਅੱਗੇ ਕਰਾਂਗੇ? ਆਪਣਾ ਪੱਖ ਤਾਂ ਰੱਖ ਸਕਦੇ ਹੋ। ਅਸੀਂ ਸਹੀ ਗੱਲ ਪਿੱਛੇ ਵਿਜੀਲੈਂਸ ਕੋਲ ਵੀ ਤਾਂ ਰੱਖਣਾ ਹੀ ਹੋਣਾ। ਅਸੀਂ ਇੱਕ ਆਪਦੇ ਡਰ ਮਾਰੇ ਹੀ ਕਿ ਪਤਾ ਨਹੀਂ ਕੀ ਬਣ ਜਾਏਗਾ, ਬੰਨਾ ਕੀ ਹੈ, ਹੁਣ ਮਰੇ ਤਾਂ ਹੀ ਪਏ ਆ। ਨਿਸ਼ਾਨ ਸਿੰਘ ਇਹ ਕਹਿੰਦਾ ਬਾਹਰ, ਕਹਿੰਦਾ ਮੈਨੂੰ ਫੁੱਲ ਖਤਰਾ, ਮੈਨੂੰ ਮਰਵਾ ਵੀ ਸਕਦੇ ਆ। ਉਹ ਵੀਰੇ ਅਸੀਂ ਤਾਂ ਹੱਥ ਜੋੜਦੇ ਆ, ਸਾਨੂੰ ਅਸੀਂ ਕਿਸੇ ਨਾਲ ਨਾ ਕੋਈ ਮਾਰਨ ਵਾਲੋਂ ਅਸੀਂ ਮਾਤੜ ਬੰਦੇ, ਅਸੀਂ ਕਿਸੇ ਤੋਂ ਕੀ ਲੈਣਾ। ਨਹੀਂ, ਉਹ ਕਹਿੰਦਾ ਜਿਵੇਂ ਮੈਂ ਰੋੜਾ ਬਣ ਰਿਹਾ ਇਹਨਾਂ ਦੇ ਪੈਰ ਦਾ, ਇਹ ਜਿਵੇਂ ਕਹਿੰਦੇ ਵੀ ਇੰਟਰਵਿਊ ਚੱਲਦੀ ਚਾਹੇ, ਇਹਦਾ ਮਤਲਬ ਕੋਈ ਖਤਰਾ ਹੈਗਾ ਉਹਨੂੰ ਤੁਹਾਡੇ ਤੋਂ? ਤੁਸੀਂ ਕੋਈ ਖਤਰਾ ਨਹੀਂ ਕਰਨਾ। ਅਸੀਂ ਪਹਿਲੀ ਤਾਂ ਜੱਟ ਜ਼ਿਮੀਦਾਰ ਬੰਦੇ ਤੇ ਅਸੀਂ ਆਪਦਾ ਟਾਈਮ ਪਾਸ ਕਰਨ ਵਾਲੇ ਬੰਦੇ, ਸਾਨੂੰ ਲੋੜ ਕੀ ਇਹੋ ਜਿਹੇ ਬੰਦੇ ਨਾਲ, ਇਹ ਸਾਡੇ ਨਾਲ ਉਲਝਦਾ ਫਿਰਦਾ। ਨਹੀਂ, ਉਹ ਤਾਂ ਇਹ ਕਹਿੰਦਾ ਹੀ ਨਹੀਂ ਵੀ ਤੁਸੀਂ ਮਤਲਬ ਗਲਤ ਹੋ ਜਾਂ ਸਹੀ ਹੋ, ਕੁਝ ਨਹੀਂ ਕਹਿੰਦਾ। ਸਾਡਾ ਸਹੀ ਮੇਰੇ ਚਲੋ ਠੀਕ ਹੈ, ਉਹ ਕਹਿੰਦਾ ਮੈਂ ਸਹੀ ਨੇ, ਸਾਡਾ ਕਬਜ਼ਾ ਦਵਾਵੇ। ਨਹੀਂ, ਉਹ ਤਾਂ ਪ੍ਰਸ਼ਾਸਨ ਨੇ ਕਰਨਾ ਨਾ, ਉਹਨੇ ਕਬਜ਼ਾ ਨਹੀਂ ਨਾ ਦਵਾਉਣਾ। ਅੱਛਾ ਚਲੋ ਸਾਡੀ ਜਾਨ ਛੱਡੇ ਸਾਨੂੰ। ਫਿਰ ਇਹਦਾ ਮਤਲਬ ਕਿਤੇ ਦਾਲ 'ਚ ਕਾਲਾ ਹੋਊਗਾ ਜਿਹੜਾ ਤੁਸੀਂ ਕਹਿੰਦੇ ਵੀ ਜਾਨ ਛੱਡ ਦੇਵੇ। ਜੇ ਸੱਚੇ ਹੋ ਤੁਸੀਂ ਸੱਚੇ ਹੋ, ਉਹ ਇਨਕੁਆਇਰੀਆਂ ਜਿੰਨੀਆਂ ਮਰਜ਼ੀ ਲਵਾ ਲਵੇ, ਐਂਡ ਤੇ ਤਾਂ ਤੁਹਾਡੇ ਹੱਕ 'ਚ ਹੀ ਆਊਗਾ। ਮੇਰੀ ਨਕਵਾਰੀ ਅੱਗੇ ਵੀ ਇਹਨੇ ਲਾਈਆਂ ਨੇ, ਹੁਣ ਫੇਰ ਲਾਈ ਜਾਂਦਾ, ਚਲੋ ਲਾਈ ਆ, ਫਿਰ ਇਹਦੀ ਮਰਜ਼ੀ। ਜਿਹੜਾ ਸੱਚਾ ਉਹ ਸਾਹਮਣੇ ਆਜੂ ਭਾਜੀ, ਜੇ ਤੁਸੀਂ ਸੱਚੇ ਆਜੂ ਫਿਰ ਤੁਹਾਨੂੰ ਟੈਨਸ਼ਨ ਕਾਹਦੀ, ਤੁਸੀਂ ਆਪਣੇ ਬਿਆਨ ਦਿਓ। ਨਹੀਂ ਸਾਨੂੰ ਕੋਈ ਉਹ ਜੇ ਸੰਸੋਧਨ ਵਿਜੀਲੈਂਸ ਵਾਲੇ ਅਸੀਂ ਬਿਆਨ ਦੇਵਾਂਗੇ ਜੋ ਸਾਡਾ ਬਣਦਾ ਹੈ। ਵੀਰ ਜੀ ਉਹ ਆ ਵੀ ਅਸੀਂ ਹੁਣ ਗਰੀਬ ਬੰਦੇ ਕੰਮ ਛੱਡ ਗਏ ਹਾਂ, ਸਾਨੂੰ ਟੈਨਸ਼ਨ ਨਹੀਂ, ਕੰਮਕਾਰ ਵਾਲੇ ਬੰਦੇ ਦੇ ਮਾਂ ਸਾਡਾ ਭੁੱਖਾ ਮੰਡੇ ਦਾ, ਅਸੀਂ ਇੱਥੇ ਆ ਕੇ ਬੈਠੇ ਸਾਰਾ ਪਰਿਵਾਰ, ਅਸੀਂ ਮੱਝਾਂ ਸੰਭਾਲੀਏ ਕਿ ਅਸੀਂ ਇੱਥੇ ਆਈਏ, ਸਾਨੂੰ ਟੈਨਸ਼ਨ ਆਇਆ। ਨਾਲ ਤਾਂ ਅਸੀਂ ਪੈਸਾ ਲਾਇਆ ਘਰੋਂ ਤੇ ਦਿਹਾੜੀਆਂ ਕਰਕੇ ਮਾਂ ਗਰੀਬ ਦਾ ਇਹਨਾਂ ਪੈਸਾ ਲਾਇਆ, ਤੇ ਅਸੀਂ ਰੁਲਦੇ ਫਿਰਦੇ ਆ। ਤੇ ਜਦੋਂ ਇਹੋ ਜਿਹਾ ਬੰਦਾ ਆ ਕੇ ਪਾਉਂਦਾ ਅਸੀਂ ਹੈਗੇ ਸੱਚੇ ਆ, ਤੇ ਆ ਕੇ ਫਿਰ ਪਰੇਸ਼ਾਨੀ ਤਾਂ ਹੁੰਦੀ ਹੈ। ਗੱਲ ਤਾਂ ਆਹੀ ਆ ਭਾਈ, ਜੇ ਸੱਚੇ ਹੋ ਫਿਰ ਤਾਂ ਤੁਹਾਡੇ ਹੱਕ 'ਚ ਹੀ ਸਾਰਾ ਕੁਝ ਹੋਏਗਾ। ਜੇ ਤੁਸੀਂ ਸੱਚੇ ਹੋ ਤਾਂ ਘਰ ਦਾ ਛੱਡਦੇ ਪਏ ਨਾ, ਸੱਚੇ ਤਾਂ ਅਸੀਂ ਘਰ ਦਾ ਇੱਕ ਤਾਂ ਘਰ ਲਵਾਇਆ ਹੈ, ਇੱਕ ਹੁਣ ਅਸੀਂ ਘਰ ਛੱਡੇ ਬੈਠੇ, ਸਾਰੇ 5 ਜੀ ਤੇ 5 ਆ ਕੇ ਬੈਠੇ ਆ, ਤੇ ਉਹ ਘਰ ਦਾ ਸਾਡਾ ਕਿਵੇਂ ਗੁਜ਼ਾਰਾ ਹੋਊ? ਝੋਨਾ ਬਾਹਰ ਲਾਇਆ। ਤੁਹਾਨੂੰ ਵਿਜੀਲੈਂਸ ਨੇ ਸੱਦਿਆ? ਨਹੀਂ, ਜੇ ਵਿਜੀਲੈਂਸ ਸੱਦਿਆ ਤਾਂ ਹੀ ਆਏ ਆ। ਤੁਹਾਡੇ ਕੋਲ ਰਿਕਾਰਡ ਹੈਗਾ ਨਾ ਸਾਰਾ ਟੋਟਲ ਤੁਸੀਂ ਪੇਸ਼ ਕਰੋਗੇ ਅੱਜ? ਵੇਖੋ ਜੀ, ਅਸੀਂ ਤਾਂ ਸਾਨੂੰ ਹਾਈ ਕੋਰਟ ਤੋਂ ਵੀ ਮਾਨਯੋਗ ਹਾਈ ਕੋਰਟ ਤੋਂ ਵੀ ਜਿੱਤੇ ਆ, ਮਾਨਯੋਗ ਸ਼ੀਸ਼ੇ ਵਾਲੇ ਅਸੀਂ ਜਿੱਤੇ ਹੋਏ ਆ। ਅਸੀਂ ਹੁਣ ਲਾਇਆ ਹੈ ਕਬਜ਼ੇ ਦਾ ਕੇਸ, ਵੀ ਸਾਨੂੰ ਮਾਨਯੋਗ ਅਦਾਲਤ ਸਾਨੂੰ ਕਬਜ਼ਾ ਦਵਾਏ। ਜਦੋਂ ਜੇ ਇਹਨਾਂ ਮੰਨ ਲਓ ਇਹਦੇ ਕੋਲ ਰਿਕਾਰਡ ਹੈਗਾ ਤੇ ਉਹ ਕੋਰਟ ਤੇ ਪੇਸ਼ ਕਰੇ, ਕਿਵੇਂ ਆਪਾਂ ਇੱਕ ਦੂਜੇ ਪਰੇਸ਼ਾਨ ਕਰੀਏ। ਤੁਹਾਡਾ ਨਾਮ ਕੀ ਹੈ? ਮੁਖਤਿਆਰ ਸਿੰਘ। ਤੁਹਾਡਾ ਨਾਮ ਕੀ? ਮਨਿੰਦਰ ਸਿੰਘ। ਤੁਹਾਡਾ ਨਾਮ? ਜਗੀਰ ਸਿੰਘ। ਓਕੇ, ਤਾਂ ਇਹ ਧਿਰ ਸੀਗੀ ਦੂਜੀ, ਜਿਹੜੀ ਵਿਜੀਲੈਂਸ ਦੀ ਜਾਂਚ ਚੱਲ ਰਹੀ ਆ ਜਹਾਜ਼ ਗਰਾਊਂਡ ਦੇ ਮਸਲੇ ਦੇ ਵਿੱਚ, ਕਿ ਜਹਾਜ਼ ਗਰਾਊਂਡ ਦੇ ਵਿੱਚ ਕੁਝ ਵਿਅਕਤੀਆਂ ਦੇ ਵੱਲੋਂ ਜ਼ਮੀਨ ਤੇ ਕਬਜ਼ਾ ਕੀਤਾ ਗਿਆ। ਤਾਂ ਉਸ ਦੀ ਜਿਹੜੀ ਇਨਕੁਆਇਰੀ ਆ ਵਿਜੀਲੈਂਸ ਦਫ਼ਤਰ ਪਹੁੰਚੀ ਹੋਈ ਆ ਇਸ ਪਾਸੇ। ਤਾਂ ਅੱਜ ਇਹਨਾਂ ਨੂੰ ਬੁਲਾਇਆ ਗਿਆ ਔਰ ਕੰਪਲੇਂਟਡ ਜਿਹੜੇ ਨੇ ਨਿਸ਼ਾਨ ਸਿੰਘ ਕਾਨੂੰਗੋ, ਉਹਨਾਂ ਨੂੰ ਵੀ ਬੁਲਾਇਆ ਗਿਆ। ਹਾਲਾਂਕਿ ਚੱਲਦੀ ਇੰਟਰਵਿਊ ਦੇ ਵਿੱਚ ਇਹ ਲੋਕਾਂ ਨੇ ਆ ਕੇ ਇਹ ਕਿਹਾ ਸੀ, ਉਹਦੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਚੱਲਦੀ ਇੰਟਰਵਿਊ 'ਚ, ਤੇ ਕਾਫੀ ਤੂਤੂ ਮੈਮੇ ਹੋਈ। ਪਰ ਨਿਸ਼ਾਨ ਸਿੰਘ ਨੇ ਕਥਿਤ ਤੌਰ ਤੇ ਇਲਜ਼ਾਮ ਲਾਤੇ ਕਿ ਮੈਨੂੰ ਖਤਰਾ, ਇਹ ਵਿਅਕਤੀ ਮੈਨੂੰ ਮਰਵਾ ਵੀ ਸਕਦੇ ਆ। ਪਰ ਇਹਨਾਂ ਨੂੰ ਚੱਲਦੇ ਕੈਮਰੇ 'ਚ ਦੁਬਾਰਾ ਅਸੀਂ ਪੁੱਛਿਆ ਕਿ ਅਗਰ ਉਹਨੂੰ ਕੋਈ ਖਤਰਾ ਹੁੰਦਾ ਤਾਂ ਕੀ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ? ਕਹਿੰਦੇ ਸਾਡੇ ਤੋਂ ਕੋਈ ਖਤਰਾ ਨਹੀਂ। ਦੋਨਾਂ ਧਿਰਾਂ ਦੇ ਪੱਖ ਤੁਹਾਡੇ ਸਾਹਮਣੇ ਆ, ਕੰਪਲੇਂਟਡ ਦੇ ਵੀ ਔਰ ਵਿਜੀਲੈਂਸ ਦਾ ਪੱਖ ਵੀ ਤੁਹਾਡੇ ਸਾਹਮਣੇ, ਔਰ ਦੂਜੀ ਧਿਰ ਜਿਨ੍ਹਾਂ ਤੇ ਇਲਜ਼ਾਮ ਲੱਗ ਰਿਹਾ ਕਿ ਇਹਨਾਂ ਦੇ ਵੱਲੋਂ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਗਿਆ ਹੈ। ਤਾਂ ਹਾਲਾਂਕਿ ਫਿਲਹਾਲ
ਵਿਜੀਲੈਂਸ ਦਫ਼ਤਰ ਦੇ ਵਿੱਚ ਇਹਨਾਂ ਨੂੰ ਸੱਦਿਆ ਗਿਆ। ਪਟਵਾਰੀ ਕਾਨੂੰਗੋ ਉਹਨਾਂ ਨੂੰ ਇੱਥੇ ਬੁਲਾਇਆ ਗਿਆ। ਸਾਰਾ ਰਿਕਾਰਡ ਚੈੱਕ ਕੀਤਾ ਜਾਏਗਾ, ਇਹਨਾਂ ਦੇ ਵੀ ਬਿਆਨ ਲਏ ਜਾਣਗੇ। ਪੂਰੀ ਇਨਵੈਸਟੀਗੇਸ਼ਨ ਹੋਏਗੀ। ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕੀਤਾ ਜਾਏਗਾ। ਐਨਾਲਾਈਜ਼ ਕਰਕੇ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ। ਜਿੰਨੇ ਵੀ ਇਲਜ਼ਾਮ, ਜੋ ਵੀ ਗੱਲਬਾਤ ਆ, ਇਹਨਾਂ ਦੀ ਨਿੱਜੀ ਆ। ਸਾਡਾ ਮਕਸਦ ਸਿਰਫ ਔਰ ਸਿਰਫ ਇਸ ਆਵਾਜ਼ ਨੂੰ ਆਵਾਮ ਤੱਕ, ਪ੍ਰਸ਼ਾਸਨ ਤੱਕ, ਸਰਕਾਰ ਤੱਕ ਪਹੁੰਚਾਉਣਾ ਸਾਡਾ ਮਕਸਦ ਹੈ। ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਖਾ।